ਟੂਡੇ ਨਿਊਜ਼ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ। ਅੱਜ ਖਰੀਆਂ ਖਰੀਆਂ ਗੱਲਾਂ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਲਈ ਸਾਡੇ ਨਾਲ ਸ਼ਾਮਲ ਨੇ ਐਸਡੀ ਸਭਾ ਸਿੱਖਿਆ ਸੰਸਥਾਵਾਂ ਦੇ ਡਾਇਰੈਕਟਰ ਅਤੇ ਫਲਾਇੰਗ ਫੈਦਰ ਦੇ ਜਿਹੜੇ ਇੰਸਟੀਚਿਊਟ ਹੈ ਉਹਦੇ ਡਾਇਰੈਕਟਰ ਪ੍ਰਸਿੱਧ ਸਿੱਖਿਆ ਸ਼ਾਸਤਰੀ ਸ਼ਿਵ ਸਿੰਗਲਾ ਜੀ। ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਸਾਡੇ ਸਟੂਡੀਓ। ਧੰਨਵਾਦ ਜੀ ਨਿੱਕਾ ਜੀ। ਪਹਿਲਾਂ ਤਾਂ ਮੈਂ ਸਭ ਤੋਂ ਪਹਿਲਾਂ ਟੂਡੇ ਨਿਊਜ਼ ਦੀ ਪੂਰੀ ਟੀਮ ਨੂੰ ਤੁਹਾਨੂੰ ਵਧਾਈ ਦਾ ਪਾਤਰ ਦਿੰਦਾ। ਬਹੁਤ ਥੋੜ੍ਹੇ ਸਮੇਂ ਦੇ ਵਿੱਚ ਤੁਸੀਂ ਲੋਕਾਂ ਦੇ ਮੁੱਦਿਆਂ ਨੂੰ, ਲੋਕਾਂ ਦੀ ਪ੍ਰੋਬਲਮਸ ਨੂੰ ਲੋਕਾਂ ਦੇ ਸਾਹਮਣੇ, ਪ੍ਰਸ਼ਾਸਨ ਦੇ ਸਾਹਮਣੇ ਲੈ ਕੇ ਆਏ ਔਰ ਬਹੁਤ ਵਧੀਆ ਤਰੀਕੇ ਦੇ ਨਾਲ ਕੰਮ ਕਰ ਰਿਹਾ। ਸੋ ਪੂਰੀ ਟੀਮ, ਸਮੁੱਚੀ ਟੀਮ ਇਸ ਗੱਲ ਦਾ ਵਧਾਈ ਦਾ ਪਾਤਰ ਹੈ। ਸਿੰਗਲਾ ਸਾਹਿਬ, ਪਿਛਲੇ ਲਗਭਗ ਸਵਾ ਕੁ ਸਾਲ ਤੋਂ ਇੱਕ ਕਰੋਨਾ ਨਾਂ ਦਾ ਜਿਹੜਾ ਸ਼ਬਦ ਹੈ ਉਹ ਲੋਕਾਂ ਦੀ ਡਿਕਸ਼ਨਰੀ ਦੇ ਵਿੱਚ ਨਵਾਂ ਵਾਧਾ ਹੋਇਆ। ਇਸ ਤੋਂ ਪਹਿਲਾਂ ਲੋਕਾਂ ਨੇ ਸਵਾ ਸਾਲ ਪਹਿਲਾਂ ਕੋਈ ਕਰੋਨਾ ਦਾ ਨਾਮ ਨਹੀਂ ਸੀ ਸੁਣਿਆ, ਅਤੇ ਉਸ ਤੋਂ ਬਾਅਦ ਤਾਂ ਹੁਣ ਜਦੋਂ ਤੋਂ ਕਰੋਨਾ ਦਾ ਨਾਮ ਨਵਾਂ ਲੋਕਾਂ ਦੇ ਜ਼ਿਹਨ ਦੇ ਵਿੱਚ ਆਇਆ, ਉਦੋਂ ਤੋਂ ਲੈ ਕੇ ਲੋਕਡਾਊਨ, ਬੰਦ, ਕਰਫਿਊ, ਇਹ ਤਿੰਨ ਸ਼ਬਦ ਲੋਕਾਂ ਦੇ ਮਤਲਬ ਜਦੋਂ ਵੀ ਕਿਸੇ ਨੇ ਘਰੋਂ ਨਿਕਲਣਾ ਜਾਂ ਚਰਚਾ ਹੈ, ਉੱਥੇ ਲੋਕਾਂ 'ਚ ਇਹ ਗੱਲ ਚਰਚਾ ਚੱਲਦੀ ਰਹਿੰਦੀ ਹੈ ਵੀ ਜਾਂ ਤਾਂ ਕੋਈ ਲੋਕਡਾਊਨ ਦੀ ਚਰਚਾ ਕਰਦਾ ਜਾਂ ਫਿਰ ਬੰਦ ਬੰਦ ਬੰਦ, ਇੱਕੋ ਹੀ ਮਤਲਬ ਲੋਕਾਂ ਦਾ ਧਿਆਨ ਹੈ ਜਿਹੜਾ ਉਹ ਪੂਰਾ ਕੇਂਦਰਿਤ ਹੋ ਗਿਆ। ਇਸ ਦੇ ਨਾਲ ਜਿਹੜਾ ਸਾਡੀ ਸਿੱਖਿਆ ਸੰਸਥਾਵਾਂ ਨੇ ਅਤੇ ਸਿੱਖਿਆ ਇਹਦਾ ਜਿਹੜਾ ਪ੍ਰਬੰਧ ਹੈ ਉਹ ਪੂਰੀ ਤਰ੍ਹਾਂ ਵਿਗੜਿਆ ਨਜ਼ਰ ਆਉਂਦਾ ਹੈ। ਵੀ ਤੁਸੀਂ ਸਿੱਖਿਆ ਸ਼ਾਸਤਰੀ ਹੋਣ ਦੇ ਨਾਤੇ ਕੀ ਮਹਿਸੂਸ ਕਰਦੇ ਹੋ ਵੀ ਜਿਹੜਾ ਇਹ ਸਿੱਖਿਆ ਅਤੇ ਇਹ ਜਿਹੜਾ ਕਰੋਨਾ ਕਾਲ ਦੇ ਦੌਰਾਨ ਬੰਦ 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 ਚੱਲ ਰਿਹਾ ਵੀ ਇਹਦਾ ਕੀ ਇਹ ਪ੍ਰਬੰਧ 'ਤੇ ਕੀ ਅਸਰ ਪਿਆ? ਦੇਖੋ ਨਿੱਕਾ ਜੀ, ਕਿਸੇ ਵੀ ਦੇਸ਼ ਦੀ ਜਦੋਂ ਆਪਾਂ ਤਰੱਕੀ ਦੀ ਗੱਲ ਕਰਦੇ ਹਾਂ ਜਾਂ ਉਹਦੇ ਵਿਕਾਸ ਦੀ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਇਹ ਡਿਪੈਂਡ ਕਰਦਾ ਵੀ ਉੱਥੋਂ ਦੇ ਜਿਹੜੀ ਯੂਥ ਹੈਗੀ ਆ ਉਹ ਕਿੰਨੀ ਕੁ ਪੜ੍ਹੀ ਲਿਖੀ ਹੈ, ਉਹਨਾਂ ਦਾ ਸਿੱਖਿਆ ਦਾ ਸਤਰ ਕਿੰਨਾ ਕੁ ਹੈਗਾ। ਉਹ ਤੋਂ ਡਿਪੈਂਡ ਕਰਦਾ ਵੀ ਉਹ ਦੇਸ਼ ਕਿੰਨੀ ਤਰੱਕੀ ਕਰੂਗਾ ਜਾਂ ਕਿੰਨੀ ਤਰੱਕੀ ਨਹੀਂ ਕਰੂਗਾ। ਮੈਂ ਬਿਲਕੁਲ ਠੀਕ ਸਮਝਦਾ ਇਹ ਬਹੁਤ ਵੱਡਾ ਪ੍ਰਕੋਪ ਹੈਗਾ, ਇਕੱਲਾ ਭਾਰਤ ਦੇ ਵਿੱਚ ਹੀ ਨਹੀਂ, ਪੂਰੇ ਵਿਸ਼ਵ ਦੇ ਵਿੱਚ ਇਹ ਮਹਾਮਾਰੀ ਫੈਲੀ ਹੈਗੀ ਆ। ਪਿਛਲੇ ਲਾਕਡਾਊਨ ਦੇ ਦੌਰਾਨ ਇਹ ਬਿਮਾਰੀ ਸਭ ਦੇ ਲਈ ਨਵੀਂ ਸੀ ਅਤੇ ਮੈਂ ਸਮਝਦਾ ਸਰਕਾਰ ਨੂੰ ਸਮਾਂ ਚਾਹੀਦਾ ਸੀ, ਪਰ 8 ਮਹੀਨੇ ਲਗਾਤਾਰ ਬੰਦ ਰਹਿਣ ਤੋਂ ਬਾਅਦ, ਉਸ ਤੋਂ ਬਾਅਦ ਵੀ 5 ਮਹੀਨੇ ਖੁੱਲ੍ਹਣ ਤੋਂ ਬਾਅਦ ਜੇ ਬਿਮਾਰੀ ਉਸ ਤੋਂ ਵੀ ਵੱਧ ਕੇ ਆਉਂਦੀ ਹੈ ਔਰ ਸਰਕਾਰ ਉਸ ਨੂੰ ਨਜਿੱਠਣ ਦੇ ਵਿੱਚ ਨਾਕਾਮ ਰਹਿੰਦੀ ਹੈ ਤਾਂ ਇਹ ਸ਼ਰਮ ਵਾਲੀ ਗੱਲ ਹੈ। ਤਾਂ ਸਰਕਾਰ ਦੀ ਤਿਆਰੀ ਕੀ ਹੈ? ਜੇ ਸਰਕਾਰ ਨੇ ਸਾਰੀ ਚੀਜ਼ਾਂ ਬੰਦ ਕਰਕੇ ਹੀ ਰਹਿਣਾ ਹੈ ਤਾਂ ਫਿਰ ਤਾਂ ਸਰਕਾਰ ਦੀ ਜ਼ਰੂਰਤ ਨਹੀਂ ਹੈਗੀ। ਫਿਰ ਸਰਕਾਰ ਦੀ ਕੀ ਜ਼ਰੂਰਤ ਹੈ? ਫਿਰ ਤਾਂ ਅਸੀਂ ਆਪਣੇ ਆਪ ਹੀ ਆਪਦੇ ਘਰੇ ਬੈਠ ਕੇ ਹੀ ਆਪਦਾ ਗੁਜ਼ਾਰਾ ਕਰ ਸਕਦੇ ਹਾਂ। ਸਿੱਖਿਆ ਅਬ ਤੋਂ ਵੱਧ, ਸਭ ਤੋਂ ਵੱਧ ਜ਼ਰੂਰੀ ਹੈ। WHO ਨੇ ਸਟਾਰਟਿੰਗ ਤੋਂ ਇਹ ਕਹਿ ਰਹੀ ਆ ਇਸ ਬਿਮਾਰੀ ਦਾ ਕੋਈ ਇਲਾਜ ਨਹੀਂ ਆ, ਸਾਨੂੰ ਇਸ ਬਿਮਾਰੀ ਦੇ ਨਾਲ ਹੀ ਜੀਣਾ ਪੈਣਾ, ਇਹ ਬਾਰ-ਬਾਰ ਆਏਗੀ। ਜੇ ਨਾਲ ਜੀਣਾ ਪੈਣਾ ਤਾਂ ਉਹਨੂੰ ਇਹ ਸਿੱਖਿਆ ਕੌਣ ਦੇਊਗਾ? ਕਿ ਅਸੀਂ ਆਪਦੇ ਜਵਾਕਾਂ ਦਾ ਭਵਿੱਖ ਘਰ ਬੈਠ ਕੇ ਖਰਾਬ ਕਰਾਂਗੇ? ਕਿ ਬੱਚਿਆਂ ਦੀ ਮਾਨਸਿਕ ਸਥਿਤੀ ਜਾਂ ਉਹਨਾਂ ਬੱਚਿਆਂ ਦੀ ਜਿਹੜੀ ਉਹਨਾਂ ਦਾ ਮੋਰਲ ਜਿਹੜਾ ਹੈਗਾ ਉਹ ਕਿੰਨਾ ਗਿਰ ਗਿਆ ਹੈ ਬੱਚਿਆਂ ਦਾ? ਬੱਚਿਆਂ ਨੂੰ ਔਨਲਾਈਨ ਐਜੂਕੇਸ਼ਨ ਦੇ ਨਾਮ 'ਤੇ ਬੱਚਿਆਂ ਨੂੰ ਅਸੀਂ ਬਿਮਾਰ ਕਰ ਰਹੇ ਹਾਂ, ਪਰ ਸਰਕਾਰ ਵਿਕਾਸ ਰੁਕ ਗਿਆ ਜੀ ਨਹੀਂ? ਬਿਲਕੁਲ ਬੌਧਿਕ ਵਿਕਾਸ ਰੁਕ ਗਿਆ ਹੈ। ਸਾਡੇ ਆਪਣੇ ਜਵਾਕ ਨੇ, ਜਦੋਂ ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ ਤਾਂ ਜੋ ਅਸੀਂ ਪਿਛਲੇ 1.5 ਸਾਲ ਪਹਿਲਾਂ ਕੰਪੇਅਰ ਕਰਦੇ ਹਾਂ ਜੋ ਹੁਣ ਨਾਲ ਦੇਖਦੇ ਹਾਂ, ਬੜਾ ਫਰਕ ਹੈਗਾ ਉਸ ਚੀਜ਼ ਦੇ ਵਿੱਚ। ਅਤੇ ਜਿਹੜੀ ਤੁਹਾਨੂੰ ਲੱਗ ਰਿਹਾ ਇਹਨਾਂ ਜਿਵੇਂ ਸਿੱਖਿਆ 'ਤੇ ਤਾਂ ਇਹ ਅਸਰ ਪੈ ਗਿਆ, ਅਤੇ ਜਿਹੜੀਆਂ ਸਿੱਖਿਆ ਸੰਸਥਾਵਾਂ ਸੀ ਉਹਨਾਂ ਦਾ ਵੀ ਇਹ ਸਮੇਂ ਦੇ ਦੌਰਾਨ ਬਹੁਤ ਬੁਰਾ ਹਾਲ ਹੋਇਆ ਵੀ ਕੀ ਅਸਰ ਪਏ ਨੇ ਇਹਦੇ? ਦੇਖੋ, ਲੋਕਾਂ ਦੀ ਆਮ ਇਹ ਧਾਰਨਾ ਹੁੰਦੀ ਆ ਵੀ ਸਿੱਖਿਆ ਸੰਸਥਾਵਾਂ ਪਤਾ ਨਹੀਂ ਕਿੰਨੇ ਕੁ ATM ਬੈਂਕਸ ਨੇ, ਵੀ ਪਤਾ ਨਹੀਂ ਕਿੰਨਾ ਪੈਸਾ ਕਮਾਇਆ ਜਾਂਦਾ। ਦੇਖੋ, ਜਿਹੜਾ ਬੰਦਾ ਕੋਈ ਚੀਜ਼ ਸੰਸਥਾ ਚਲਾਉਂਦਾ ਉਹਨੂੰ ਪਤਾ ਹੁੰਦਾ ਵੀ ਉਹਦੇ ਨਾਲ ਕਿੰਨੇ ਪਰਿਵਾਰ ਜੁੜੇ ਹੋਏ ਨੇ। ਪਹਿਲਾਂ ਮੈਂ ਸਿੱਖਿਆ ਸੰਸਥਾਵਾਂ ਦੀ ਗੱਲ ਕਰਾਂ ਤਾਂ ਉੱਥੇ ਉਹਨਾਂ ਦਾ ਇੰਨਾ ਜ਼ਿਆਦਾ ਬੁਰਾ ਹਾਲ ਹੋਇਆ ਹੈ। ਉਹਦੇ ਨਾਲ ਕੌਣ ਜੁੜੇ ਨੇ? ਟਰਾਂਸਪੋਰਟ ਹੈ, ਡਰਾਈਵਰਸ ਹੈ, ਮਾਲੀ ਹੈ, ਟੀਚਰਸ ਨੇ, ਹੋਰ ਬਹੁਤ ਸਾਰੇ 4th ਕਲਾਸ ਪੀਪਲ ਹੈਗੇ ਨੇ, ਫਿਰ ਵਰਦੀਆਂ ਵਾਲੇ ਨੇ, ਸਟੇਸ਼ਨਰੀ ਵਾਲੇ ਨੇ, ਬੁੱਕਸ ਵਾਲੇ ਨੇ। ਇਹ ਤਾਂ ਹੈ ਆਰਥਿਕ ਨੁਕਸਾਨ ਜਿਹੜਾ ਕਿ ਸਾਡੇ ਨਾਲ, ਸਾਡੇ ਕਿੱਤਿਆਂ ਦੇ ਨਾਲ ਜੁੜੇ ਹੋਏ ਲੋਕ ਚੱਲ ਰਹੇ ਨੇ, ਠੀਕ ਹੈ, ਉਹਨਾਂ ਦੇ ਪਰਿਵਾਰਾਂ ਨੂੰ ਪਾਲਣਾ ਔਖਾ ਹੋ ਰਿਹਾ। ਦੂਸਰਾ, ਬੱਚਿਆਂ ਦਾ ਸਿੱਖਿਆ ਦਾ ਸਤਰ ਇੰਨਾ ਜ਼ਿਆਦਾ ਡਾਊਨ ਹੋ ਰਿਹਾ, ਉਸ ਨੂੰ ਅਪਗ੍ਰੇਡ ਕਰਨ ਦੇ ਲਈ, ਉਹਨੂੰ ਉੱਪਰ ਚੱਕਣ ਦੇ ਲਈ ਸਰਕਾਰ ਕੋਈ ਵੀ ਉਪਰਾਲਾ ਨਹੀਂ ਕਰ ਰਹੀ ਆ। ਜਦ ਕਿ ਸਰਕਾਰ ਨੂੰ ਸਭ ਤੋਂ ਪਹਿਲਾਂ ਚਾਹੀਦਾ ਸੀ ਵੀ ਸ਼ਰਾਬ ਦੇ ਠੇਕੇ ਚਾਹੇ ਬੰਦ ਹੋ ਜਾਣ, ਪਰ ਅਸੀਂ ਸਿੱਖਿਆ ਕਿਵੇਂ ਜਾਰੀ ਕਰਨੀ ਆ, ਸਾਡੀ ਸਭ ਤੋਂ ਵੱਧ એનર્ਜੀ ਉਸ ਚੀਜ਼ 'ਤੇ ਲੱਗਣੀ ਚਾਹੀਦੀ ਸੀ, ਨਾ ਕਿ ਠੇਕੇ ਖੋਲ੍ਹਣ 'ਤੇ ਲੱਗਣੀ ਚਾਹੀਦੀ ਆ। ਸਰਕਾਰ ਜਿਵੇਂ ਕਹਿ ਦਿੰਦੀ ਹੈ ਵੀ ਜਿਹੜੀਆਂ ਜ਼ਰੂਰੀ ਚੀਜ਼ਾਂ ਨੇ
ਵੀ ਸਰਕਾਰ ਨੇ ਫਿਰ ਇਹਨੂੰ ਜ਼ਰੂਰੀ ਦੇ ਵਿੱਚ ਨਹੀਂ ਸਮਝਿਆ। ਦੇਖੋ ਨਿੱਕਾ ਜੀ, ਬੜੀ ਹਾਸੋਹੀਣੀ ਗੱਲ ਹੁੰਦੀ ਹੈ ਜਦੋਂ ਸਰਕਾਰ ਇਹੋ ਜਿਹੀ ਗੱਲਾਂ ਕਰਦੀ ਆ ਵੀ ਸਰਕਾਰ ਨੂੰ ਪੁੱਛਣ ਵਾਲਾ ਹੋ ਵੀ ਇਹ ਜ਼ਰੂਰੀ ਚੀਜ਼ਾਂ ਕੌਣ ਡਿਸਾਈਡ ਕਰਦਾ, ਕਿ ਜ਼ਰੂਰੀ ਚੀਜ਼ਾਂ ਡਿਸਾਈਡ ਕਰਨ ਦੇ ਵਿੱਚ ਪੈਰਾਮੀਟਰ ਕੀ ਨੇ ਉਹਨਾਂ ਦੇ? ਪੈਰਾਮੀਟਰ ਕੀ ਨੇ ਕਿ ਲੋਕਾਂ ਦੀ ਸ਼ਮੂਲੀਅਤ ਇਸ ਚੀਜ਼ ਦੇ ਵਿੱਚ ਹੈਗੀ ਆ। ਹੁਣ ਜਿਹੜੇ ਬੱਚਿਆਂ ਨੂੰ ਤੁਸੀਂ ਆਨਲਾਈਨ ਐਜੂਕੇਸ਼ਨ ਦੀ ਗੱਲ ਕਰਦੇ ਹੋ, ਉਹਨਾਂ ਨੂੰ ਕਿਤਾਬਾਂ ਕਿੱਥੋਂ ਮਿਲਣਗੀਆਂ, ਉਹਨਾਂ ਨੂੰ ਸਟੇਸ਼ਨਰੀ ਕਿੱਥੋਂ ਮਿਲੇਗੀ, ਜੇ ਟੀਚਰ ਦੇ ਨਾਲ ਕੋਈ ਗਾਈਡੈਂਸ ਲੈਣੀ ਆ ਬੱਚਾ ਕਿਵੇਂ ਸੰਪਰਕ ਕਰੇਗਾ, ਜੇ ਬੱਚੇ ਨੇ ਕੋਈ ਆਪਣੀ ਮਾਨਸਿਕ ਸਥਿਤੀ ਦੀ ਗੱਲ ਜਿਹੜੀ ਕਿ ਪੇਰੈਂਟਸ ਨਾਲ ਨਹੀਂ ਕਰ ਸਕਦਾ, ਅਗਰ ਆਪਣੇ ਟੀਚਰਸ ਨਾਲ ਗੱਲ ਕਰਨੀ ਹੈਗੀ ਆ, ਆਪਣੇ ਗੁਰੂ ਨਾਲ ਗੱਲ ਕਰਨੀ ਆ, ਉਹ ਕਿਵੇਂ ਕਰੇਗਾ। ਤਾਂ ਬਹੁਤ ਸਾਰੀਆਂ ਪ੍ਰੋਬਲਮਸ ਨੇ। ਜਦਕਿ ਸਰਕਾਰ ਗੈਰ ਜ਼ਰੂਰੀ ਚੀਜ਼ਾਂ ਦੀ ਗੱਲ ਕਰਦੀ ਹੈਗੀ ਆ, ਸਾਰੀ ਚੀਜ਼ਾਂ ਜ਼ਰੂਰੀ ਨੇ। ਜਿਹਨੇ ਆਪਣਾ ਘਰ ਭਰਨਾ ਹੈਗਾ, ਜਿਹੜਾ ਬੰਦਾ ਵੈਨ ਚਲਾਉਂਦਾ, ਅਗਰ ਅੱਜ ਉਹਦੀ ਵੈਨ ਸਕੂਲ ਦੇ ਵਿੱਚ ਬੰਦ ਹੋ ਗਈ ਆ, ਕਿ ਉਹ ਜ਼ਰੂਰੀ ਨਹੀਂ ਆ ਕਿ ਸਰਕਾਰ ਉਹਨੂੰ ਕੋਈ ਮਾਲੀ ਉਹਦੀ ਸਹਾਇਤਾ ਉਹਨੂੰ ਦੇ ਰਹੀ ਹੈ। ਜੇ ਕੋਈ ਮਾਲੀ ਹੈ ਜਾਂ ਕੋਈ ਹੋਰ ਬੱਗੀ ਵਾਲੇ ਨੇ ਜਾਂ ਕੋਈ ਹੋਰ ਸਟੇਸ਼ਨਰੀ ਵਾਲੇ ਨੇ ਉਹਦੇ ਨਾਲ ਜੁੜੇ ਨੇ, ਜਾਂ ਕੋਈ ਦਰਜੀ ਨੇ ਜਿਹੜੀ ਕੋਈ ਡਰੈਸਸ ਬਣਾਉਂਦੇ ਸੀ, ਕਿ ਸਰਕਾਰ ਉਹਨਾਂ ਨੂੰ ਕੋਈ ਮਾਲੀ ਸਹਾਇਤਾ ਦੇ ਰਹੀ ਹੈ। ਪਿਛਲਾ ਸੀਜ਼ਨ ਨਿਕਲ ਗਿਆ, ਇਸ ਆਹ ਵਾਲਾ ਸਾਲ ਫੇਰ ਨਿਕਲ ਗਿਆ ਕਿ ਸਰਕਾਰ ਸੈਸ਼ਨ ਪਹਿਲਾਂ ਚਲਾ ਗਿਆ, ਸਰਕਾਰ ਉਹਨਾਂ ਨੂੰ ਕੋਈ ਸੋਚ ਰਹੀ ਹੈ ਇਹਦੇ ਬਾਰੇ। ਸਰਕਾਰ ਨੇ +2 ਦੇ ਪੇਪਰ ਕੈਂਸਲ ਕਰਤੇ। ਸਰਕਾਰ ਨੇ ਵੋਟਾਂ ਕਿਉਂ ਨਹੀਂ ਕੈਂਸਲ ਕੀਤੀਆਂ? ਵੋਟਾਂ ਤਾਂ ਕੈਂਸਲ ਕੀਤੀਆਂ ਜਾ ਸਕਦੀਆਂ ਸੀ। ਸੰਵਿਧਾਨ ਦੇ ਵਿੱਚ 6-6 ਮਹੀਨੇ ਅੱਗੇ ਪਾ ਕੇ ਤੁਸੀਂ ਵੋਟਾਂ ਅੱਗੇ ਲੈ ਕੇ ਜਾ ਸਕਦੇ ਹੋ। ਕੋਈ ਐਡਾ ਕੰਸਰਨ ਨਹੀਂ ਸੀ ਵੀ ਜੇ ਵੋਟਾਂ ਨਾ ਹੋਣਗੀਆਂ ਤਾਂ ਸਰਕਾਰ ਰੁਕ ਜੂਗੀ। ਪਰ ਜੇ ਤੁਸੀਂ ਬੱਚਿਆਂ ਨੂੰ ਐਦਾਂ ਹੀ ਪਾਸ ਕਰਦੇ ਜਾਓਗੇ, ਤੁਸੀਂ ਪੇਪਰ ਰੱਦ ਕਰਦੇ ਜਾਓਗੇ, ਤਾਂ ਤੁਸੀਂ ਦੇਖੋ ਤੁਸੀਂ ਕਿੱਦਾਂ ਦੀ ਜਨਰੇਸ਼ਨ ਪੈਦਾ ਕਰ ਰਹੇ ਹੋ। ਫਿਰ ਤੁਸੀਂ ਉਸ ਤੋਂ ਤੁਸੀਂ ਸਾਇੰਟਿਸਟ ਨਹੀਂ ਬਣਾ ਸਕਦੇ, ਤੁਸੀਂ ਉੱਥੋਂ ਇੰਜੀਨੀਅਰਸ ਨਹੀਂ ਪੈਦਾ ਕਰ ਸਕਦੇ, ਤੁਸੀਂ ਉੱਥੋਂ ਡਾਕਟਰਸ ਨਹੀਂ ਪੈਦਾ ਕਰ ਸਕਦੇ, ਤੁਸੀਂ ਉੱਥੋਂ ਰਿਸਰਚਰ ਨਹੀਂ ਪੈਦਾ ਕਰ ਸਕਦੇ। ਤੁਸੀਂ ਦੇਖੋ, ਮੈਂ 2 ਦਿਨ ਤੋਂ ਸੁਣ ਰਿਹਾ NHM ਵਾਲੇ ਹੜਤਾਲ 'ਤੇ ਨੇ। ਉਹ ਕਿੰਨੇ ਸਾਲਾਂ ਤੋਂ ਕੰਮ ਕਰਦੇ ਨੇ, ਸਰਕਾਰ ਉਹਨਾਂ ਨੂੰ ਪੱਕਾ ਕਿਉਂ ਨਹੀਂ ਕਰਦੀ? ਸਰਕਾਰ ਬਾਰ-ਬਾਰ ਅਖਬਾਰਾਂ ਦੇ ਵਿੱਚ ਲੋਕ ਕਹਿ ਰਹੇ ਨੇ ਵੀ ਹੈਲਥ ਜਿਹੜਾ ਇਨਫਰਾਸਟ੍ਰਕਚਰ ਹੈਗਾ ਗਵਰਨਮੈਂਟ ਦਾ ਵੀਕ ਹੈਗਾ, ਉਹ ਹਿੱਲ ਗਿਆ ਸਿਸਟਮ। ਤਾਂ ਗਵਰਨਮੈਂਟ ਨੇ ਕੋਈ ਇੱਕ ਵੀ ਸਟੈਪ ਚੱਕ ਰਹੀ ਹੈ ਉਹਨੂੰ ਅੱਗੇ ਹੋਰ ਵਧਾਉਣ ਦੇ ਲਈ, ਕਿ ਆਪਾਂ ਦਿਨੋਂ ਦਿਨ ਗਲਤੀਆਂ ਕਰਾਂਗੇ ਜਾਂ ਤੂੰ ਸਿੱਖਣ ਦੇ ਲਈ ਵੀ ਕੁਝ ਕਰਾਂਗੇ। ਇਸੇ ਲਈ ਤਾਂ ਸਿੱਖਿਆ ਜ਼ਰੂਰੀ ਹੈ। ਜੇ ਆਪਾਂ ਬੱਚਿਆਂ ਨੂੰ ਸਿੱਖਿਆ ਦੇ ਵੱਲ ਜ਼ੋਰ ਦੇਵਾਂਗੇ, ਉਹਨਾਂ ਦੀ ਸਿੱਖਿਆ ਨੂੰ ਬਰਕਰਾਰ ਰੱਖਣ ਦੇ ਲਈ ਕੰਮ ਕਰਾਂਗੇ, ਤਾਂ ਵਧੀਆ ਨੌਜਵਾਨ ਆਉਣਗੇ, ਤਾਂ ਉਹ ਇੱਕ ਵਧੀਆ ਇਨਫਰਾਸਟ੍ਰਕਚਰ ਪੈਦਾ ਕਰਨਗੇ। ਜੋ ਹੁਣ ਆਪਾਂ ਕੰਪੇਅਰ ਕਰਦੇ ਹੈਗੇ ਆ ਵੈਸਟਰਨ ਕੰਟਰੀਜ਼ ਦੇ ਨਾਲ, ਅਮਰੀਕਾ ਦੇ ਨਾਲ, UK ਦੇ ਨਾਲ, ਕੈਨੇਡਾ ਦੇ ਨਾਲ, ਉੱਥੇ ਇੰਟਰਨੈਟ ਦੀ ਸਰਵਿਸਿਜ਼, ਇਲੈਕਟ੍ਰੋਨਿਕ ਇਕਵਿਪਮੈਂਟਸ ਬਹੁਤ ਬੈਟਰ ਹੈਗੇ ਨੇ, ਅੱਛੀ ਸਰਵਿਸਿਜ਼ ਹੈਗੀਆਂ ਨੇ, ਜਿਹੜੀ ਕਿ ਆਪਣੇ ਪਿੰਡਾਂ 'ਚ ਉਸ ਤਰੀਕੇ ਨਾਲ ਰੇਂਜ ਆਉਂਦੀ ਨਹੀਂ ਆ। ਆਨਲਾਈਨ ਐਜੂਕੇਸ਼ਨ ਦੇ ਨਾਮ ਤੇ ਬੱਚੇ ਨੂੰ ਕੱਖ ਵੀ ਨਹੀਂ ਮਿਲਦਾ, ਸਿਰਫ ਟਾਈਮ ਪਾਸ ਹੋ ਰਿਹਾ ਸਭ ਜਗ੍ਹਾ, ਬੱਚੇ ਨੂੰ ਉਹ ਐਜੂਕੇਸ਼ਨ ਨਹੀਂ ਮਿਲਦੀ। ਜਿਵੇਂ ਸਿੰਗਲਾ ਜੀ ਤੁਸੀਂ ਗੱਲ ਕੀਤੀ ਹੈ ਵੀ ਜਿਹੜਾ ਆਨਲਾਈਨ ਕਲਾਸਾਂ ਨੇ, ਇਹ ਹੁਣ ਚਲੋ ਪ੍ਰਾਈਵੇਟ ਸਕੂਲਾਂ ਵਾਲੇ ਤਾਂ ਆਪਾਂ ਮੰਨ ਲਿਆ ਵੀ ਆਨਲਾਈਨ ਕਲਾਸਾਂ ਦਾ ਪ੍ਰਬੰਧ ਕਰ ਲੈਂਦੇ ਨੇ, ਉਹਨਾਂ ਦੇ ਜਿਹੜੇ ਬੱਚੇ ਵੀ ਪੜ੍ਹਦੇ ਨੇ ਤਾਂ ਉਹਨਾਂ ਬੱਚਿਆਂ ਕੋਲੇ ਕੋਈ ਜਿਹੜਾ ਮੋਬਾਈਲ ਹੈ ਉਹਦੀ ਚੰਗੀ ਸਹੂਲਤ ਹੋ ਸਕਦੀ ਹੈ, ਕੋਈ ਨੈੱਟ ਦੀ ਸਹੂਲਤ ਹੋ ਸਕਦੀ ਹੈ। ਪਰ ਪਿਛਲੇ ਦਿਨ ਮੈਨੂੰ ਸਰਕਾਰੀ ਸਕੂਲ ਦੇ ਵਿੱਚ ਆਪਣੇ ਜ਼ਿਲ੍ਹੇ ਨਾਲ ਹੀ ਸੰਬੰਧਿਤ ਹੈ, ਉੱਥੇ ਕਰਮਗੜ੍ਹ ਪਿੰਡ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਕਿਸੇ ਅਧਿਕਾਰੀ ਦੇ ਨਾਲ। ਜਦੋਂ ਉੱਥੇ ਗਏ ਤਾਂ ਉਦੋਂ ਪਤਾ ਲੱਗਿਆ ਉਹਨਾਂ ਦੇ ਸਟਾਫ ਤੋਂ ਵੀ ਉਹ ਕਹਿੰਦੇ ਵੀ ਤੁਹਾਡੇ ਪੜ੍ਹਾਈ ਦਾ ਤੁਹਾਡਾ ਕੀ ਪ੍ਰਬੰਧ ਹੈ। ਤਾਂ ਉਹਨਾਂ ਨੇ ਸਾਫ਼ ਕਿਹਾ, ਕਹਿੰਦੇ ਵੀ ਅਸੀਂ ਆਨਲਾਈਨ ਪੜ੍ਹਾਈ ਕਰਾਉਂਦੇ ਹਾਂ। ਉਹ ਕਹਿੰਦੇ ਵੀ ਆਨਲਾਈਨ ਤੁਹਾਡੇ ਕੋਲੇ ਮੋਬਾਈਲ ਤਾਂ ਹੈਗੇ ਨੇ, ਵੀ ਜਿਹੜੇ ਬੱਚੇ ਇੱਥੇ ਪੜ੍ਹਨ ਆਉਂਦੇ ਆ ਵੀ ਉਹਨਾਂ ਕੋਲੇ ਮੋਬਾਈਲ ਹੈਗੇ ਨੇ? ਕਹਿੰਦੇ ਨਹੀਂ। ਕਹਿੰਦੇ ਕਿੰਨੇ % ਕੋਲੇ ਹੈ ਨੇ? ਕਹਿੰਦੇ ਸਿਰਫ 10% ਕੋਲੇ ਮੋਬਾਈਲ ਨੇ। ਜਿੱਦੋਂ ਨਹੀਂ ਐਂ ਲੱਗਦਾ ਵੀ ਪੜ੍ਹਾਈ ਦਾ ਢਾਂਚਾ ਤਾਂ ਸਰਕਾਰੀ ਦੇ ਵਿੱਚ ਤਾਂ ਬਿਲਕੁਲ ਹੀ ਬੰਦ ਹੋ ਗਿਆ ਹੋਊ ਇਸ ਹਿਸਾਬ ਨਾਲ। ਦੇਖੋ ਬਿਲਕੁਲ ਸਹੀ ਗੱਲ ਹੈ ਨਿੱਕਾ ਜੀ। ਇਹ ਦੇਖੋ ਮੈਂ ਤੁਹਾਨੂੰ ਬਾਰ-ਬਾਰ ਇਹ ਕਹਿ ਰਿਹਾ ਵੀ ਸਰਕਾਰ ਹੁਣ ਆਪਣੇ ਪੰਜਾਬ ਦੇ ਵਿੱਚ ਮਿਊਨਿਸਪਲ ਇਲੈਕਸ਼ਨਸ ਹੋਏ ਨੇ, ਕੀ ਇਹ ਟਾਲੇ ਨਹੀਂ ਜਾ ਸਕਦੇ ਸੀ? ਬੰਗਾਲ ਦੇ ਵਿੱਚ ਇਲੈਕਸ਼ਨਸ ਹੋਏ ਨੇ, ਤਾਮਿਲਨਾਡੂ 'ਚ ਇਲੈਕਸ਼ਨਸ ਹੋਏ ਨੇ, ਪੌਂਡੀਚੇਰੀ 'ਚ ਇਲੈਕਸ਼ਨਸ ਹੋਏ ਨੇ, ਕੀ ਉੱਥੇ ਉਹ ਇਲੈਕਸ਼ਨ ਟਾਲੇ ਨਹੀਂ ਜਾ ਸਕਦੇ ਸੀ? ਉਹਦੇ ਲਈ ਕੌਣ ਜ਼ਿੰਮੇਵਾਰ ਆ? ਸਕੂਲਾਂ ਵਿਦਿਅਕ ਸੰਸਥਾਵਾਂ ਨੂੰ ਕਹਿ ਦਿੰਦੇ ਨੇ ਵੀ ਜੇ ਇੱਥੇ ਕਰੋਨਾ ਦਾ ਤੁਸੀਂ ਜ਼ਿੰਮੇਵਾਰ ਹੋ। ਉੱਥੇ ਕੌਣ ਜ਼ਿੰਮੇਵਾਰ ਆ? ਕਿ ਸਰਕਾਰ ਉਸ ਗੱਲ ਦੀ ਜ਼ਿੰਮੇਵਾਰੀ ਦੇ ਕੇ ਅਸਤੀਫਾ ਦੇਗੀ? ਜਿੰਨੇ ਹੁਣ ਉੱਥੇ ਕੇਸਿਸ ਆ ਰਹੇ ਨੇ 20% 25% ਦਾ ਉੱਥੇ ਪੋਜ਼ਿਟਿਵ ਰੇਟ ਆ ਰਿਹਾ, ਕਿ ਉਹ ਸਰਕਾਰ ਦੀ ਜ਼ਿੰਮੇਵਾਰੀ ਲੈਂਦੀ ਹੈ? ਦੇਖੋ ਗੱਲ ਇਹ ਹੁੰਦੀ ਹੈ ਵੀ ਆਪਾਂ ਜਿੰਨੇ ਆਪਣੇ ਕੋਲੇ ਸਾਧਨ ਨੇ ਉਹਦੇ ਨਾਲ ਆਪਾਂ ਇੱਕ ਬੈਸਟ ਸਿਸਟਮ ਕਿਵੇਂ ਕਰ ਸਕਦੇ ਹਾਂ। +2 ਦੇ ਪੇਪਰ ਆਪਾਂ ਡਿਲੇ ਕੀਤੇ ਆ, ਪਿਛਲੀ ਵਾਰ ਪੇਪਰ ਡਿਲੇ ਹੋਏ, ਕੀ ਉਹ ਪੇਪਰ ਨੂੰ ਆਪਾਂ ਥੋੜ੍ਹੇ ਕਰਕੇ ਲੈ ਸਕਦੇ ਸੀ? ਇਲੈਕਸ਼ਨ ਤਾਂ ਆਪਾਂ ਇੱਕੋ ਵਾਰ ਕਰਾ ਸਕਦੇ ਹਾਂ, ਕਿ ਪੇਪਰ ਨਹੀਂ ਬੱਚਿਆਂ ਦੇ ਲਏ ਜਾ ਸਕਦੇ? ਕਿ ਕਲਾਸਿਸ ਨਹੀਂ ਹਫ਼ਤੇ ਦੇ ਵਿੱਚ 1 ਜਾਂ 2 ਦਿਨ ਲਾਈਆਂ ਜਾ ਸਕਦੀਆਂ? ਕੀਤਾ ਜਾ ਸਕਦਾ। ਪਰ ਜੇ ਕਿਉਂਕਿ ਆਪਾਂ ਚੈਲੰਜ ਲੈਣਾ ਨਹੀਂ ਚਾਹੁੰਦੇ, ਜੇ ਚੈਲੰਜ ਲਵਾਂਗੇ ਤਾਂ ਆਪਾਂ ਨੂੰ ਉਹਦੇ ਅਕੋਰਡਿੰਗ ਕੰਮ ਕਰਨਾ ਪਊਗਾ ਤਾਂ ਡੈਫੀਨੇਟਲੀ ਫਿਰ ਲੋਕਾਂ ਦੀ ਆਵਾਜ਼ਾਂ ਵੀ ਸੁਣਨੀਆਂ ਪੈਣਗੀਆਂ। ਇਸ ਕਰਕੇ ਜ਼ਿਆਦਾ ਈਜ਼ੀ ਕੀ ਹੈ ਅੱਜ ਕੱਲ੍ਹ? ਸਭ ਤੋਂ ਈਜ਼ੀ ਕੀ ਚੱਲਦਾ ਹੈਗਾ? ਬੰਦ ਕਰ ਦਿਓ, ਬੰਦ ਕਰੋ। ਜੇ ਬੰਦ ਹੀ ਹੋ ਜਾਊਗਾ ਤਾਂ ਜੇ ਪ੍ਰੋਬਲਮ ਹੀ ਹੈ ਨਹੀਂ ਤਾਂ ਬਸ ਫਿਰ ਸੋਲੂਸ਼ਨ ਵੀ ਕੀ ਦੇਣਾ ਆਪਾਂ?
ਤਾਂ ਇਹ ਅੱਜ ਕੱਲ੍ਹ ਲੋਕਾਂ ਦਾ ਸੁਝਾਅ ਇਹ ਮੂਡ ਹੋਇਆ ਹੈ। ਸਿੰਗਲਾ ਜੀ, ਜਿਵੇਂ ਨਾ ਬੰਦ ਦੀ ਸਥਿਤੀ ਦਾ ਆਪਾਂ ਜ਼ਿਕਰ ਇਸ ਕਰਕੇ ਬਾਰ-ਬਾਰ ਕਰਦੇ ਹਾਂ ਵੀ ਜਿਹੜਾ ਬੰਦ ਹੈ, ਮੰਨ ਲਓ ਸਰਕਾਰ ਨੇ ਬੰਦ ਕਰਤਾ ਪਰ ਉਹਦਾ ਪ੍ਰਬੰਧ ਕੋਈ ਨਹੀਂ ਕਰ ਰਹੀ ਸਰਕਾਰ। ਜਿਵੇਂ ਹੁਣ ਮੰਨ ਲਓ ਹਸਪੀਟਲ ਨੇ ਹੁਣ ਕਰੋਨਾ ਨੂੰ ਮਹਾਮਾਰੀ ਦਾ ਘੋਸ਼ਿਤ ਕਰਤਾ, ਜਿਹੜੀ ਸਵਾ ਸਾਲ ਪਹਿਲਾਂ ਪੋਜੀਸ਼ਨ ਸੀ ਉਹੀ ਪੋਜੀਸ਼ਨ ਹੁਣ ਵੀ ਖੜੀ ਹੈ। ਨਾ ਕੋਈ ਵੈਕਸੀਨੇਸ਼ਨ ਦੀ ਸਥਿਤੀ ਹੈ, ਨਾ ਕੋਈ ਸੈਨੀਟਾਈਜੇਸ਼ਨ ਦੀ ਸਥਿਤੀ ਹੈ। ਵੀ ਇਹਦੇ ਬਾਰੇ ਤੁਸੀਂ ਕਿਵੇਂ, ਸਰਕਾਰ ਪ੍ਰਬੰਧ ਕਰ ਰਹੀ ਹੈ? ਨਿੱਕਾ ਜੀ, ਮੈਂ ਕਹਿੰਦਾ ਵੀ ਤੁਸੀਂ ਪੋਜੀਸ਼ਨ ਉਸ ਤੋਂ ਜ਼ਿਆਦਾ ਬਦਤਰ ਪੋਜੀਸ਼ਨ ਹੋਈ ਆ। ਦੇਖੋ, ਸਰਕਾਰ ਕੋਲ ਇੰਨਾ ਟਾਈਮ ਸੀ, ਸਰਕਾਰ ਨੂੰ ਚਾਹੀਦਾ ਸੀ ਵੀ ਆਪਦੇ ਹੈਲਥ ਸਿਸਟਮ ਨੂੰ, ਆਪਦੇ ਇਨਫਰਾਸਟ੍ਰਕਚਰ ਨੂੰ ਇੰਪਰੂਵ ਕਰੇ। ਇਹ ਚੀਜ਼ਾਂ ਜ਼ਰੂਰੀ ਨੇ। ਜਿੱਥੇ ਜ਼ਰੂਰੀ ਨਹੀਂ ਹਰ ਬੰਦੇ ਦੀ ਕੈਪੈਸਿਟੀ ਪ੍ਰਾਈਵੇਟ ਹਸਪੀਟਲ ਦੇ ਵਿੱਚ ਜਾ ਕੇ ਬੰਦਾ ਕਰੋਨਾ ਦਾ ਇਲਾਜ ਕਰਾਵੇ। ਜਿੰਨਾ ਫੈਮਲੀਜ਼ ਦੇ ਉੱਪਰ ਇਹ ਚੀਜ਼ ਗੁਜ਼ਰਦੀ ਹੈ ਉਹਨਾਂ ਨੂੰ ਪਤਾ ਲੱਗਦਾ, ਤਾਂ ਉਹਦੇ ਲਈ ਜ਼ਿੰਮੇਵਾਰ ਕੌਣ ਆ? ਸਰਕਾਰ ਜ਼ਿੰਮੇਵਾਰ ਆ। ਜੇ ਸਰਕਾਰ ਸਾਡੀ ਸਿਹਤ ਦਾ ਖਿਆਲ ਹੀ ਨਹੀਂ ਰੱਖ ਸਕਦੀ, ਸਾਡੇ ਲਈ ਇੱਕ ਪਤਾ ਲੱਗਦਾ ਵੀ ਅੱਜ ਇਹ ਪ੍ਰੋਬਲਮ ਆ ਰਹੀ ਆ, ਉਹਦੇ ਰਿਗਾਰਡਿੰਗ ਇਹ ਤਿਆਰੀ ਹੀ ਨਹੀਂ ਕਰ ਸਕਦੀ, ਤਾਂ ਫਿਰ ਹੋਰ ਸਰਕਾਰਾਂ ਅਸੀਂ ਬਣਾਉਂਦੇ ਕਿਉਂ ਆ? ਤਾਂ ਬੜਾ ਜ਼ਰੂਰੀ ਆ। ਹੁਣ ਸਰਕਾਰ ਕਹਿੰਦੀ ਆ ਬੰਦ ਕਿਸੇ ਚੀਜ਼ ਦਾ ਇਲਾਜ ਥੋੜ੍ਹੀ ਆ। ਤੁਸੀਂ ਦੇਖੋ, ਸਰਕਾਰ ਕਹਿੰਦੀ 15 ਮਈ ਤੱਕ ਬੰਦ ਆ, ਹੁਣ 31 ਮਈ ਤੱਕ ਬੰਦ ਆ। ਕਿ ਸਰਕਾਰ ਨੇ ਕੋਈ ਕਿਸੇ ਮੀਡੀਆ ਨੂੰ, ਕਿਸੇ ਅਖਬਾਰ ਦੇ ਵਿੱਚ ਕੋਈ ਆਪਦੀ 20 ਦਿਨ ਦੀ ਕੋਈ ਪਲਾਨਿੰਗ ਬਣਾ ਕੇ ਦਿੱਤੀ ਆ ਵੀ ਜੀ ਅਸੀਂ ਇਹ 20 ਦਿਨ ਤੱਕ ਅਸੀਂ ਆਹ ਚੀਜ਼ਾਂ ਕਰਾਂਗੇ, ਇਸ ਕਰਕੇ ਸਾਨੂੰ ਬੰਦ ਕੀਤਾ ਹੈਗਾ, ਤੁਸੀਂ ਉਸ ਤੋਂ ਬਾਅਦ ਓਪਨ ਕਰ ਸਕਦੇ ਹੋ ਕਿਉਂਕਿ ਅਸੀਂ ਇਹ 20 ਦਿਨ ਦੇ ਵਿੱਚ ਅਸੀਂ ਇਸ ਪ੍ਰੋਬਲਮ ਨੂੰ ਨਜਿੱਠਣ ਦੇ ਲਈ ਬਹੁਤ ਚੀਜ਼ਾਂ ਕਰਾਂਗੇ? ਕੁਝ ਵੀ ਨਹੀਂ ਆ। ਤੁਸੀਂ ਕਿਸੇ ਦਾ ਬਿਜ਼ਨਸ, ਕਿਸੇ ਦਾ ਅਣਮਿੱਥੇ ਸਮੇਂ ਲਈ ਕਿਵੇਂ ਬੰਦ ਕਰ ਸਕਦੇ ਹੋ? ਤੁਸੀਂ ਦੇਖੋ ਵੀ ਕਿਸੇ ਵੀ ਰੁਜ਼ਗਾਰ ਦੇ ਨਾਲ, ਮੈਂ ਤੁਹਾਨੂੰ ਇੱਕ ਜਨਰਲ ਗੱਲ ਕਰਦਾ, ਮੈਂ ਆਇਲਸ ਐਸੋਸੀਏਸ਼ਨ ਦਾ ਮੈਂਬਰ ਵੀ ਹਾਂ, ਬਰਨਾਲੇ ਦੀ ਗੱਲ ਕਰਦਾ, ਬਠਿੰਡੇ ਦਾ ਵੀ ਮੈਂਬਰ ਹਾਂ, ਸੰਗਰੂਰ ਦਾ ਵੀ, ਪਟਿਆਲਾ ਦੀ ਮੈਂਬਰ ਹਾਂ। ਮੈਂ ਸਿਰਫ ਬਰਨਾਲੇ ਦੀ ਗੱਲ ਕਰਾਂ ਤਾਂ ਇਸ ਆਇਲਸ ਐਸੋਸੀਏਸ਼ਨ ਦੇ ਨਾਲ ਸਾਡੇ ਨਾਲ ਤਕਰੀਬਨ 3000 ਜਿਹੜਾ ਹੈਗਾ ਬੰਦਾ ਸਾਡੇ ਨਾਲ ਸਿੱਧੇ ਤਰੀਕੇ ਨਾਲ ਜੁੜਿਆ ਹੈ, ਜਿਨ੍ਹਾਂ ਨੂੰ ਅਸੀਂ ਰੁਜ਼ਗਾਰ ਦਿੰਦੇ ਹਾਂ, ਜਿਨ੍ਹਾਂ ਨੂੰ ਅਸੀਂ ਸੈਲਰੀ ਦਿੰਦੇ ਹਾਂ। ਬਾਕੀ ਕਿਤਾਬਾਂ ਵਾਲੇ, ਫੋਟੋਕਾਪੀ ਵਾਲੇ, ਉਹ ਤਾਂ ਅਲੱਗ, ਮੈਂ ਉਹਨਾਂ ਨੂੰ ਗਿਣਤੀ ਨਹੀਂ ਕਰਦਾ। ਹੁਣ ਕੀ 3000 ਬੰਦਾ ਜਦੋਂ ਬੰਦ ਹੋਣ ਦੇ ਨਾਲ ਘਰ ਬੈਠਾ, ਕੀ ਸਰਕਾਰ ਉਹਨਾਂ ਨੂੰ ਕੋਈ ਵਿੱਤੀ ਸਹਾਇਤਾ ਹੈਲਪ ਕਰੂਗੀ? ਜਿਹੜੇ ਇੰਨੇ ਵੱਡੀਆਂ ਬਿਲਡਿੰਗਾਂ 'ਚ ਇਨਫਰਾਸਟ੍ਰਕਚਰ ਚੱਲਦੇ ਨੇ, ਉਹਨਾਂ ਦੇ ਰੈਂਟ ਨੇ, ਉਹਨਾਂ ਦੇ ਬਿਜਲੀ ਦੇ ਨੇ, ਪਾਣੀ ਦੇ ਨੇ, ਕੀ ਸਰਕਾਰ ਕੋਈ ਇਹੋ ਜਿਹਾ ਬਿੱਲ ਲੈ ਕੇ ਆ ਰਹੀ ਆ ਵੀ ਜਿੰਨਾ ਚਿਰ ਲੋਕਡਾਊਨ ਰਹੂਗਾ ਸਰਕਾਰ ਬਿਜਲੀ ਦਾ ਬਿੱਲ ਮਾਫ ਕਰੂਗੀ, ਪਾਣੀ ਦਾ ਬਿੱਲ ਨਹੀਂ ਚਾਰਜ ਕਰੂਗੀ, ਸੀਵਰੇਜ ਦਾ ਬਿੱਲ ਨਹੀਂ ਕਰੂਗੀ, ਪ੍ਰੋਪਰਟੀ ਟੈਕਸ ਨਹੀਂ ਚਾਰਜ ਕਰੂਗੀ? ਜਿਹੜੀ ਚੀਜ਼ ਸਰਕਾਰ ਇੱਕੋ ਦਮ ਕਰ ਸਕਦੀ ਹੈ ਉਹ ਤਾਂ ਕਰ ਨਹੀਂ ਰਹੀ। ਜਿਹੜੀ ਸਰਕਾਰ ਨੇ ਜੋ ਕਰਨਾ ਉਹ ਕਰ ਨਹੀਂ ਰਹੀ, ਲੋਕਾਂ ਨੂੰ ਕਹਿੰਦੇ ਬੰਦ ਕਰ ਰਹੀ ਹੈ। ਦੇਖੋ, ਲੋਕਾਂ ਨੂੰ ਜੇ ਤੁਸੀਂ ਇਸ ਤਰੀਕੇ ਦੇ ਨਾਲ ਨਿਚੋੜੋਗੇ ਤਾਂ ਲੋਕ ਕੀ ਕਰਨਗੇ? ਲੋਕ ਬਾਗੀ ਹੋਣਗੇ। ਤੁਸੀਂ ਲੋਕਾਂ ਨੂੰ ਮਹਾਮਾਰੀ ਦੇ ਵਿੱਚ ਲੋਕਾਂ ਨੂੰ ਸਪੋਰਟ ਕਰੋ, ਉਹਨਾਂ ਲੋਕਾਂ ਨੂੰ ਦੱਸੋ ਵੀ ਅਸੀਂ ਇਕੱਠੇ ਮਿਲ ਕੇ ਇਸ ਬਿਮਾਰੀ ਨੂੰ ਕਿੰਨੇ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ। ਮੈਂ ਨਹੀਂ ਕਹਿੰਦਾ ਵੀ ਅਸੀਂ, ਦੇਖੋ ਬਿਮਾਰੀ ਹੈ, ਅਸੀਂ ਨਾਲ ਲੜਨ ਲਈ ਤਿਆਰ ਹਾਂ, ਅਸੀਂ ਗੌਰਮੈਂਟ ਦੀ ਸਪੋਰਟ ਕਰਨ ਲਈ ਤਿਆਰ ਹਾਂ, ਪਰ ਗੌਰਮੈਂਟ ਕਿਸੇ ਤਰੀਕੇ ਨਾਲ ਸਾਡੀ ਵੀ ਤਾਂ ਸਪੋਰਟ ਕਰੇ। ਗੌਰਮੈਂਟ ਕਿਸੇ ਤਰੀਕੇ ਨਾਲ ਇਹ ਤਾਂ ਦੱਸੇ ਵੀ ਯਾਰ ਵੀ ਠੀਕ ਹੈ, ਅਸੀਂ 1 ਮਹੀਨਾ ਤੁਸੀਂ ਰੋਕੋ, 1 ਮਹੀਨੇ ਬਾਅਦ ਜਿਹੜੀ ਹੈਗੀ ਹੈ ਸਥਿਤੀ ਵਧੀਆ ਹੋ ਜਾਏਗੀ, ਅਸੀਂ ਇਹ ਸੰਸਥਾਵਾਂ, ਸਿੱਖਿਅਕ ਸੰਸਥਾਵਾਂ ਦੁਬਾਰਾ ਫਿਰ ਬੱਚਿਆਂ ਦੇ ਲਈ ਆ। ਮੈਂ ਐਜ਼ ਏ ਪੇਰੈਂਟਸ ਅਗਰ ਗੱਲ ਕਰਾਂ ਤਾਂ ਮੇਰੇ ਬੱਚੇ ਨੇ, ਮੈਨੂੰ ਪਤਾ ਨਹੀਂ ਮੇਰਾ ਬੱਚਾ ਦੁਬਾਰਾ ਸਕੂਲ ਕਦੋਂ ਜਾਊਗਾ। ਮੇਰਾ ਬੱਚਾ ਪਿਛਲੇ ਸਾਲ ਵੀ ਘਰੇ ਬੈਠਾ ਰਿਹਾ, ਮੈਨੂੰ ਅਗਲੀ ਵਾਰ ਪਤਾ ਨਹੀਂ ਕਿ ਕਦੋਂ ਜਾਊਗਾ ਬੱਚਾ, ਤਾਂ ਮੈਂ ਉਹਦੀ ਫਿਊਚਰ ਪਲਾਨਿੰਗ ਕੀ ਕਰੂੰਗਾ ਬੱਚੇ ਦੀਆਂ। ਦੂਸਰਾ ਨਿੱਕਾ ਜੀ, ਤੁਸੀਂ ਸ਼ਾਇਦ ਇਸ ਗੱਲ ਤੇ ਨਾਲ ਤੁਹਾਨੂੰ ਪਤਾ ਹੋਏਗਾ, ਜਿਹੜੇ ਬੱਚੇ IIT ਦੇ ਵਿੱਚ ਬੀਟੈਕ ਕਰਦੇ ਨੇ, ਕਿਸੇ ਚੰਗੇ ਕਾਲਜ ਦੇ ਵਿੱਚ MBA ਕਰਦੇ ਨੇ, ਤੁਸੀਂ ਮੰਨ ਸਕਦੇ ਹੋ ਵੀ ਜਿਨ੍ਹਾਂ ਦਾ ਫਾਈਨਲ ਈਅਰ ਸੀ ਇਸ ਵਾਰ ਪਾਸ ਆਊਟ ਹੋਣਾ ਸੀ, ਤੁਹਾਨੂੰ ਪਤਾ ਵੀ ਉਹਨਾਂ ਦੀ ਮਾਨਸਿਕ ਸਥਿਤੀ ਕੀ ਹੋਊਗੀ। ਉਹਨਾਂ ਬੱਚਿਆਂ ਦੀ, ਉਹ ਬੱਚੇ ਇੰਨੇ ਮਹਿੰਗੇ ਕਾਲਜ ਐਡਮਿਸ਼ਨ ਕਿਉਂ ਲੈਂਦੇ ਨੇ? ਕਿਉਂਕਿ ਉਹਨਾਂ ਨੂੰ ਕੈਂਪਸ ਦੇ ਵਿੱਚ ਉਹ ਐਕਸਪੀਰੀਅੰਸ ਚਾਹੀਦਾ, ਉਹ ਮਾਹੌਲ ਚਾਹੀਦਾ, ਉਹ ਨੌਲੇਜ ਉਹਨਾਂ ਨੂੰ ਮਿਲਣੀ ਚਾਹੀਦੀ ਹੈ। ਫਿਰ ਉਸ ਤੋਂ ਬਾਅਦ ਉਹਨਾਂ ਨੂੰ ਕੈਂਪਸ ਦੇ ਵਿੱਚ ਉਹਨਾਂ ਨੂੰ ਜਿਹੜੀ ਹੈਗੀ ਆ ਉਹਨਾਂ ਦੀ ਪਲੇਸਮੈਂਟ ਚਾਹੀਦੀ ਹੈ। ਤੁਸੀਂ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਉਹਨਾਂ ਨੇ ਆਪਦੇ 12 15 ਸਾਲ ਜ਼ਿੰਦਗੀ ਦੇ ਗਾਲ ਕੇ ਉਸ ਮੁਕਾਮ ਤੇ ਪਹੁੰਚੇ, ਅੱਜ ਉਹ ਸੋਚ ਰਹੇ ਨੇ, ਅੱਜ ਉਹਨਾਂ ਦੀ ਪਲੇਸਮੈਂਟਸ ਵੀ ਨਹੀਂ ਹੋ ਰਹੀਆਂ। ਕਿਉਂ? ਸਰਕਾਰ ਸੋਚ ਹੀ ਨਹੀਂ ਰਹੀ। ਕਿਉਂਕਿ ਜੇ ਤੁਸੀਂ ਚੰਗਾ ਇੰਜੀਨੀਅਰਸ ਬਣਾਓਗੇ ਨਹੀਂ, ਚੰਗਾ ਤੁਹਾਡੇ ਕੋਲ ਇੱਕ ਮੈਨੇਜਮੈਂਟ ਦਾ ਬੰਦਾ ਨਹੀਂ ਬਣੂਗਾ, ਤਾਂ ਤੁਹਾਡੇ ਕੋਲ ਫਿਰ ਤੁਸੀਂ ਚਾਈਨਾ ਨਾਲ ਕੰਪੀਟ ਨਹੀਂ ਕਰ ਸਕਦੇ। ਠੀਕ ਹੈ ਗੱਲ। ਚਾਈਨਾ ਨੇ ਬੰਦ ਰੱਖਿਆ ਕੁਝ ਟਾਈਮ ਦੇ ਲਈ, ਉਸ ਤੋਂ ਬਾਅਦ ਦੇਖੋ ਅੱਜ ਦੀ ਸਥਿਤੀ ਕੀ ਹੈਗੀ ਆ। ਆਪਾਂ ਬੰਦ ਕਰੀ ਜਾਂਦੇ ਆ ਕਿ ਆਪਾਂ ਕੋਈ ਪਲਾਨਿੰਗ ਵੀ ਤਾਂ ਕਰੀਏ ਨਾ ਵੀ ਇਹਨੂੰ ਆਪਾਂ ਕਿਵੇਂ ਨਜਿੱਠਣਾ। ਤੁਸੀਂ ਕੰਪਲੀਟ ਬੰਦ ਕਰੋ, ਅਸੀਂ ਸਮਰਥਨ ਕਰਦੇ ਹਾਂ,
15 ਦਿਨ ਦੇ ਲਈ 20 ਦਿਨ ਲਈ, ਪਰ ਸਾਨੂੰ ਨਾਲ ਇਹ ਦੱਸੋ ਵੀ ਅਸੀਂ 20 ਦਿਨ ਦੇ ਵਿੱਚ ਆਹ ਚੀਜ਼ ਕਰਾਂਗੇ ਜਿਹਦੇ ਨਾਲ ਤੁਹਾਡੀ ਜਿਹੜੀ ਹੈਗੀ ਅਸੀਂ ਇਹ ਜਿਹੜੀ ਸਥਿਤੀ ਜਿਹੜੀ ਹੈਗੀ ਤੁਹਾਡੀ ਵਧੀਆ ਹੋ ਜਾਏਗੀ। ਹੁਣ ਦੇਖੋ ਗੱਲ ਕਰਦੇ ਹਾਂ, ਵੈਕਸੀਨੇਸ਼ਨ ਹੈ ਨਹੀਂ। 1 ਮਈ ਤੋਂ ਜੇ ਸਰਕਾਰ ਕੋਲੇ ਵੈਕਸੀਨੇਸ਼ਨ ਦਾ ਕੋਟਾ ਹੈ ਨਹੀਂ ਸੀ ਤਾਂ ਗਵਰਨਮੈਂਟ ਨੇ ਕਿਉਂ ਅਨਾਉਂਸ ਕੀਤਾ? ਅੱਜ 8 ਤਰੀਕ ਹੋ ਗਈ ਆ, 9 ਦਿਨ ਤੁਸੀਂ ਕੱਢਤੇ ਆ। ਹਲੇ ਵੀ ਕਿਹਾ ਜਾ ਵੀ ਸੋਮਵਾਰ ਤੋਂ ਸ਼ੁਰੂ ਕਰਾਂਗੇ। ਸੋਮਵਾਰ ਸ਼ੁਰੂ ਹੋ ਗਈ ਤੁਹਾਡੇ ਕੋਲੇ। NHM ਦੇ ਮੁਲਾਜ਼ਮ ਤੁਹਾਡੇ ਹੜਤਾਲ ਤੇ ਆ, ਠੀਕ ਹੈ। ਆਕਸੀਜਨ ਤੁਹਾਡੇ ਕੋਲੇ ਹੈ ਨਹੀਂ। ਜਿਹੜੀ ਚੀਜ਼ ਤੁਸੀਂ ਬਹੁਤ ਈਜ਼ੀਲੀ ਕਰ ਸਕਦੇ ਸੀ ਤੁਹਾਡੇ ਉਹ ਵੀ ਤੋਂ ਹੋਈ ਨਹੀਂ ਹੈ। ਆਕਸੀਜਨ ਕਰਕੇ ਲੋਕ ਮਰ ਰਹੇ ਨੇ, ਠੀਕ ਹੈ। ਫਿਰ ਵਿਦਿਅਕ ਸੰਸਥਾਵਾਂ ਬੰਦ ਨੇ, ਵਿਦਿਅਕ ਸੰਸਥਾਵਾਂ ਜ਼ਿੰਮੇਵਾਰ ਨੇ। ਜੇ ਕਰੋਨਾ ਫੈਲੂਗਾ ਫਿਰ ਵਿਦਿਅਕ ਸੰਸਥਾਵਾਂ ਜ਼ਿੰਮੇਵਾਰ ਨੇ, ਠੀਕ ਹੈ। ਜਦਕਿ ਵਿਦਿਅਕ ਸੰਸਥਾਵਾਂ ਨੂੰ ਚਾਹੀਦਾ ਕੀ ਸੀ? ਬੱਚਿਆਂ ਨੂੰ ਚਾਹੀਦਾ ਸੀ, ਬੱਚਿਆਂ ਦੇ ਮਨੋਬਲ ਨੂੰ, ਉਹਨੂੰ ਮੈਂਟਲੀ ਉਹਨੂੰ ਟੀਚ ਕਰਨ ਦੇ ਲਈ ਵੀ ਤੁਸੀਂ ਕਰੋਨਾ ਨਾਲ ਕਿਵੇਂ ਲੜ ਸਕਦੇ ਹੋ। ਉਹਨਾਂ ਨੂੰ ਉੱਥੇ ਸਕੂਲਾਂ 'ਚ ਜਾਣਾ ਚਾਹੀਦਾ ਸੀ, ਸਕੂਲਾਂ ਦੇ ਵਿੱਚ ਚੈੱਕ ਕਰਨਾ ਚਾਹੀਦਾ ਸੀ ਵੀ ਕੀ ਉੱਥੇ ਉਹੋ ਜਿਹੇ ਪ੍ਰਬੰਧ ਹੈਗੇ ਨੇ। ਹੁਣ ਬਾਜ਼ਾਰ ਖੁੱਲ੍ਹੇ ਨੇ, ਸਭ ਕੁਝ ਖੁੱਲ੍ਹਾ। ਬੱਚਾ ਜੇ ਤੁਸੀਂ ਘਰੇ ਜਾਓ ਕਿ ਬੱਚਾ ਤੁਹਾਨੂੰ ਲੱਗਦਾ ਵੀ ਬੱਚਾ ਘਰੇ ਬੈਠਾ ਹੋਊਗਾ? ਉਹ ਬਾਜ਼ਾਰ 'ਚ ਵੀ ਜਾਂਦਾ ਹੋ, ਉਹ ਬਾਜ਼ਾਰ ਦਾ ਖਾਣਾ ਖਾਂਦਾ ਵੀ ਹੋ, ਉਹ ਪੈਕਿੰਗ ਵੀ ਮੰਗਾ ਕੇ ਖਾਂਦਾ ਹੋ, ਤਾਂ ਡੈਫੀਨੇਟਲੀ ਤਾਂ ਉਹ ਜੇ ਉਹੀ ਬੱਚੇ ਨੂੰ ਪਤਾ ਹੋਵੇ ਵੀ ਮੈਂ ਸਕੂਲ ਜਾਣਾ, ਮੇਰੇ ਲਈ ਮਾਸਕ ਜ਼ਰੂਰੀ ਆ, ਮੇਰੇ ਲਈ ਸੈਨੀਟਾਈਜ਼ਰ ਜ਼ਰੂਰੀ ਆ, ਮੇਰੀ ਇਹ ਲਾਈਫ ਦਾ ਪਾਰਟ ਹੈਗਾ, ਮੈਨੂੰ ਲੜਨਾ ਪੈਣਾ, ਤਾਂ ਹੋ ਸਕਦਾ ਉਹ ਇੱਕ ਵਧੀਆ ਨਾਗਰਿਕ, ਵਧੀਆ ਸਿਟੀਜ਼ਨ ਬਣ ਕੇ ਉੱਭਰਦਾ, ਹੋ ਸਕਦਾ ਬਾਕੀਆਂ ਨੂੰ ਵੀ ਗਾਈਡ ਕਰਦਾ। ਅੱਜ ਉਹਦੀ ਮਾਨਸਿਕ ਸਥਿਤੀ ਬੱਚੇ ਦੀ ਬਹੁਤ ਜ਼ਿਆਦਾ ਖਰਾਬ ਹੈਗੀ ਹੈ। ਮੈਂ ਇਕੱਲੀ ਸਕੂਲਾਂ ਕਾਲਜ ਦੀ ਗੱਲ ਨਹੀਂ ਕਰਦਾ, ਹੋਰ ਜਿੰਨੇ ਵੀ ਕਮਰਸ਼ੀਅਲ ਇੰਸਟੀਟਿਊਸ਼ਨ ਹੈਗੇ ਨੇ ਜਿਹੜੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਬੱਚੇ ਦੀ ਸਕਿੱਲ ਨੂੰ ਇੰਪਰੂਵ ਕਰਨ ਦੇ ਲਈ ਕੰਮ ਕਰਦੇ ਨੇ, ਚਾਹੇ ਉਹ ਆਈਲੈਟਸ ਇੰਸਟੀਟਿਊਟ ਨੇ, ਚਾਹੇ ਉਹ ਜਨਰਲ ਸਕਿੱਲ ਟ੍ਰੇਨਿੰਗ ਹੈਗੇ ਨੇ, ਠੀਕ ਹੈ, ਉਹ ਸਭ ਬੰਦ ਨੇ। ਤਾਂ ਉਹਦੇ ਨਾਲ ਤੁਸੀਂ ਦੇਖੋ ਵੀ ਜਿਹੜੀ ਇਹ 2 ਸਾਲਾਂ 'ਚ ਯੂਥ ਜਿਹੜੀ ਪ੍ਰੋਡਿਊਸ ਹੋ ਰਹੀ ਆ ਉਹ ਕਿੱਦਾਂ ਦੀ ਯੂਥ ਹੋਏਗੀ? ਉਹਨਾਂ ਦੀ ਅੱਗੇ ਉਹਨਾਂ ਦੀ ਸਥਿਤੀ ਕੀ ਹੋਣੀ ਆ? ਜਿਸ ਬੱਚੇ ਨੂੰ 2 ਸਾਲ 'ਚ ਲੱਗ ਗਿਆ ਵੀ ਮੇਰੇ ਪੇਪਰ ਨਹੀਂ ਹੋ ਰਹੇ, ਮੇਰੇ ਆਨਲਾਈਨ ਹੋ ਕੇ ਮੈਂ ਪਾਸ ਹੋ ਜਾਣਾ, ਤੁਹਾਨੂੰ ਕੀ ਲੱਗਦਾ ਵੀ ਜਦੋਂ ਲੋਕਡਾਊਨ ਖੁੱਲੂਗਾ ਇਮੀਡੀਏਟ ਉਹਨਾਂ ਦੀ ਸਥਿਤੀ ਫਿਰ ਨਾਰਮਲ ਹੋ ਜਾਏਗੀ? ਇਹ ਤਾਂ ਅਜੇ ਦੂਜੀ ਲਹਿਰ ਹੈ, ਤੀਜੀ ਦੀ ਫਿਰ ਕਿਹਾ ਜਾ ਰਿਹਾ ਵੀ ਤੀਜੀ ਦਾ ਫਿਰ ਇੰਤਜ਼ਾਰ ਹੈ। ਇਹ ਚੀਜ਼ ਉਹਨਾਂ ਦੇ ਨਿੱਕਾ ਜੀ ਦਿਮਾਗ 'ਚੋਂ ਕੱਢਣ ਲੱਗਦੇ 2 ਸਾਲ ਲੱਗ ਜਾਣਗੇ। ਬੱਚੇ ਨੂੰ ਉਸ ਟਰੈਕ ਤੇ ਲੈ ਕੇ ਆਉਣ ਦੇ ਲਈ 2 ਸਾਲ ਲੱਗ ਜਾਣਗੇ। ਉਹਦੇ ਲਈ ਕੌਣ ਜ਼ਿੰਮੇਵਾਰ ਹੋਏਗਾ? ਸਿੰਗਲਾ ਸਾਹਿਬ, ਇੱਕ ਹੋਰ ਗੱਲ ਹੈ, ਜਿਵੇਂ ਸਰਕਾਰ ਜਾਂ ਜਿਹੜੇ ਅਧਿਕਾਰੀ ਨੇ ਇਹ ਇੱਕੋ ਹੀ ਗੱਲ ਕਹਿੰਦੇ ਨੇ ਵੀ ਲੋਕ ਸਥਿਤੀ ਨੂੰ ਸਮਝਣ, ਵੀ ਲੋਕ ਸਮਝ ਨਹੀਂ ਰਹੇ। ਵੀ ਮੈਨੂੰ ਲੱਗਦਾ ਵੀ ਸਰਕਾਰ ਇਹ ਵੀ ਕਰ ਸਕਦੀ, ਜਿਵੇਂ ਹੁਣ ਜਿਹੜੇ ਐਜੂਕੇਸ਼ਨ ਸੈਂਟਰ ਨੇ, ਕੋਈ ਸਿੱਖਿਆ ਸੰਸਥਾਵਾਂ ਨੇ, ਇਹਨਾਂ ਨੂੰ ਇਹ ਡਿਊਟੀ ਲਾਈ, ਜਿਵੇਂ ਸਕੂਲਾਂ ਦੇ ਵਿੱਚ ਪੀਰੀਅਡ ਲੱਗਦੇ ਨੇ, ਵੀ ਹੋ ਸਕਦਾ ਵੀ ਜੇ ਸਰਕਾਰ ਨੇ ਸਕੂਲ ਕਾਲਜ ਖੋਲ੍ਹੇ ਹੁੰਦੇ ਤਾਂ ਉਹਨਾਂ ਥਾਵਾਂ 'ਤੇ ਇਹ ਕਹਿ ਸਕਦੀ ਵੀ ਅੱਧੇ ਘੰਟੇ ਦਾ ਪੀਰੀਅਡ ਲੋਕਾਂ ਨੂੰ ਸਮਝਾਉਣ ਲਈ ਲਾਓ। ਜਿਵੇਂ ਅੱਜ ਲੋਕ ਵੈਕਸੀਨ ਹੈ ਜਿਹੜੀ ਲਵਾਉਣ ਤੋਂ ਨਾ ਕਰ ਰਹੇ ਨੇ, ਲੋਕਾਂ ਦੇ ਵਿੱਚ ਡਰ ਹੈ। ਆ ਪਿਛਲੇ ਦਿਨੀ SSP ਸ਼੍ਰੀ ਸੰਦੀਪ ਗੋਇਲ ਜੀ ਨੇ ਮੁਸਲਿਮ ਜਿਹੜੇ ਭਾਈਚਾਰੇ ਦੇ ਲੋਕ ਸੀ ਉਹਨਾਂ ਨੂੰ ਪ੍ਰੇਰਿਤ ਕੀਤਾ ਵੀ ਜਿਹੜੇ ਰੋਜ਼ੇ ਚੱਲਦੇ ਨੇ, ਰੋਜ਼ਿਆਂ ਦੇ ਸਮੇਂ ਦੇ ਦੌਰਾਨ ਉਹਨਾਂ ਨੇ ਸਿਹਤ ਵਿਭਾਗ ਦੇ ਨਾਲ ਟਾਈ ਅਪ ਕਰਕੇ ਉਹਨਾਂ ਨੇ ਰੋਜ਼ੇ ਤੋਂ ਬਾਅਦ ਦਾ ਸਮਾਂ, ਜਿਹੜਾ ਰੋਜ਼ਾ ਖੁੱਲ੍ਹਣ ਤੋਂ ਬਾਅਦ ਦਾ ਸਮਾਂ, ਉਹ ਕਰੋਨਾ ਵੈਕਸੀਨ ਲਈ ਉਹਨਾਂ ਨੇ ਕੀਤਾ। ਵੀ ਇਸ ਕਰਕੇ ਮੈਨੂੰ ਲੱਗਦਾ ਵੀ ਜੇ ਸਰਕਾਰ ਚਾਹੁੰਦੀ ਵੀ ਇਹ ਵਿਦਿਅਕ ਸੰਸਥਾਵਾਂ 'ਤੇ ਹੋਰ ਭਾਰ ਪਾਇਆ ਜਾ ਸਕਦਾ ਸੀ ਵੀ ਤੁਸੀਂ ਲੋਕਾਂ ਨੂੰ ਸਮਝਾਓ, ਇਹ ਵੈਕਸੀਨ ਵੀ ਕਰਾਉਣ, ਇਹ ਕਰੋਨਾ ਦੇ ਨਾਲ ਜਿਉਣ ਦੇ ਢੰਗ ਵੀ ਸਿੱਖਣ। ਦੇਖੋ ਬਿਲਕੁਲ ਨਿੱਕਾ ਜੀ, ਬਿਲਕੁਲ ਠੀਕ ਹੈ। ਸਾਡੇ ਜਿਹੜੇ SSP ਸਾਹਿਬ ਨੇ ਸ਼੍ਰੀ ਸੰਦੀਪ ਗੋਇਲ ਜੀ, ਇਸ ਗੱਲ ਦਾ ਵਧਾਈ ਦੇ ਪਾਤਰ ਨੇ ਵੀ ਦੇਖੋ ਉਹ ਜਿਹੜੀ ਚੀਜ਼ਾਂ ਕਰ ਰਹੇ ਨੇ ਜਦਕਿ ਉਹਨਾਂ ਦੀ ਉਹ ਡਿਊਟੀ ਨਹੀਂ ਆ, ਪਰ ਉਹ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਵੀ ਮੇਰੀ ਜ਼ਿੰਮੇਵਾਰੀ ਹੈ ਇਸ ਮਹਾਮਾਰੀ ਦੇ ਦੌਰ ਦੇ ਵਿੱਚ, ਤਾਂ ਮੈਨੂੰ ਇਹ ਰੋਲ ਪਲੇ ਕਰਨਾ ਪੈਣਾ। ਮੈਂ ਸੁਣਿਆ ਜਿਵੇਂ ਹੁਣ ਕੈਮਿਸਟ ਐਸੋਸੀਏਸ਼ਨ ਉਹਨਾਂ ਨੇ ਮੀਟਿੰਗ ਕੀਤੀ ਆ, ਜਾਂ ਉਹਨਾਂ ਨੇ ਆਕਸੀਮੀਟਰ ਬੈਂਕ ਉਹਨਾਂ ਨੇ ਲਗਾਉਣ ਦੀ ਗੱਲ ਕੀਤੀ ਆ, ਜਾਂ ਹੋਰ ਬਹੁਤ ਉਪਰਾਲੇ ਕਰ ਰਹੇ ਨੇ, ਉਹ ਵਧਾਈ ਦਾ ਪਾਤਰ ਨੇ। ਪੂਰੇ ਪੰਜਾਬ 'ਚ ਇਹੋ ਜਿਹੇ ਅਫਸਰ ਹੋਣੇ ਚਾਹੀਦੇ ਨੇ, ਪਰ ਕਿਤੇ ਨਾ ਕਿਤੇ ਉਹਨਾਂ ਦੇ ਹੱਥ ਬੰਨੇ ਹੋਏ ਨੇ, ਕਿਉਂਕਿ ਜਿੰਨਾ ਚਿਰ ਸਰਕਾਰ ਉਹਨਾਂ ਨੂੰ ਕੋਈ ਦਿਸ਼ਾ ਨਿਰਦੇਸ਼ ਉੱਦਾਂ ਨਹੀਂ ਦਿੰਦੀ, ਉਹਨਾਂ ਚਿਰ ਉਹ ਖੁਦ ਉਹੋ ਜਿਹੇ ਡਿਸੀਜਨ ਨਹੀਂ ਲੈ ਸਕਦੇ। ਹੁਣ ਸਰਕਾਰ ਕਹਿੰਦੀ ਹੈ ਵੀ ਕਰੋਨਾ ਨਾਲ ਨਜਿੱਠਣਾ ਹੈਗਾ, ਕਿ ਟੈਸਟਿੰਗ ਹੋ ਨਹੀਂ ਰਹੀ ਉਸ ਤਰੀਕੇ ਨਾਲ। ਜੇ ਤੁਸੀਂ ਲੋਕਾਂ ਦੀ ਟੈਸਟਿੰਗ ਨਹੀਂ ਕਰੋਗੇ, ਤੁਹਾਨੂੰ ਕੀ ਪਤਾ ਕਿੰਨੇ ਲੋਕ ਪੋਜ਼ਿਟਿਵ ਨੇ ਕਿੰਨੇ ਨੈਗੇਟਿਵ ਨੇ। ਤੁਸੀਂ ਟੈਸਟਿੰਗ ਕਰੋ, ਲੋਕਾਂ ਨੂੰ ਜਾਗਰੂਕ ਕਰੋ। ਦੇਖੋ ਜੇ ਕਾਲਜ ਖੁੱਲ੍ਹੇ ਹੁੰਦੇ, ਬੱਚੇ ਆਉਂਦੇ, ਤੁਸੀਂ ਬੱਚੇ ਨੇ ਉੱਥੇ ਆ ਕੇ ਟੈਸਟਿੰਗ ਕਰੋ, ਉਹਨਾਂ ਨੂੰ ਆਪਾਂ ਉੱਥੇ ਚੈੱਕ ਕਰਦੇ, ਜੇ ਕਿਸੇ 'ਚ ਕੋਈ ਸਿੰਪਟਮ ਪਾਇਆ ਜਾਂਦਾ ਤਾਂ ਉਹਨੂੰ ਉੱਥੇ ਮੈਡੀਸਨ ਦਿੰਦੇ। ਹੁਣ ਪ੍ਰੋਬਲਮ ਕੀ ਆ ਰਹੀ ਹੈ? ਬੱਚੇ ਘਰ ਬੈਠੇ ਨੇ। ਮੈਂ ਸੁਣਿਆ ਪਿੱਛੇ ਜੇ ਮੈਡੀਕਲ ਮਾਹਰ ਗੱਲ ਕਰ ਰਹੇ ਸੀ ਵੀ ਜਿਹੜੇ ਕਰੋਨਾ ਦੇ ਵਿੱਚ ਜਿਹੜੇ ਪਹਿਲੇ 5-6 ਦਿਨ ਨੇ ਉਹ ਬਹੁਤ ਕ੍ਰੂਸ਼ਲ ਨੇ। ਜੇ ਪਹਿਲੇ 5-6 ਦਿਨ ਦੇ ਵਿੱਚ ਬਿਮਾਰੀ ਰੈਕੋਗਨਾਈਜ਼ ਹੋ ਜਾਂਦੀ ਆ ਤਾਂ ਉਹਨੂੰ ਕੰਟਰੋਲ ਕਰਨਾ ਬਹੁਤ ਈਜ਼ੀ ਆ। ਲੋਕ ਉਹਨੂੰ ਹਲਕਾ ਬੁਖਾਰ ਲੈ ਕੇ ਦੱਸਦੇ ਹੈ ਨਹੀਂ, ਕਿਉਂਕਿ ਟੈਸਟਿੰਗ ਨਹੀਂ ਹੁੰਦੀ। ਉਸ ਕਰਕੇ ਜਦੋਂ ਬਿਮਾਰੀ ਗੰਭੀਰ ਰੂਪ ਲੈ ਲੈਂਦੀ ਹੈ ਉਦੋਂ ਜ਼ਿਆਦਾ ਕੰਪਲੀਕੇਸ਼ਨ ਆਉਂਦੀਆਂ, ਉਦੋਂ ਆਕਸੀਜਨ ਦੀ ਦਿੱਕਤ ਜ਼ਿਆਦਾ ਆ ਜਾਂਦੀ ਹੈ।
ਜੇ ਉਹ ਬੱਚੇ ਵੱਡੇ ਬੱਚੇ ਆਂਦੇ ਤਾਂ ਉਹਨਾਂ ਨੂੰ ਚੈੱਕ ਕੀਤਾ ਜਾਂਦਾ, ਜਿਨ੍ਹਾਂ ਦੇ ਵਿੱਚ ਕੋਈ ਪ੍ਰੋਬਲਮ ਆਂਦੀ ਉਹਨਾਂ ਨੂੰ ਉੱਥੇ ਹੀ ਟ੍ਰੀਟ ਕੀਤਾ ਜਾਂਦਾ, ਤਾਂ ਉਹ ਇੱਕ ਬੈਟਰ ਸਿਚੁਏਸ਼ਨਸ ਹੋ ਜਾਣੀ ਸੀ। ਉਹਨਾਂ ਨੂੰ ਬੱਚਿਆਂ ਨੂੰ ਜੀਵਨ ਜਾਂਚ ਵੀ ਦੱਸੀ ਜਾਂਦੀ ਕਰੋਨਾ ਦੇ ਨਾਲ ਕਿ ਤੁਸੀਂ ਬਚਣਾ ਕੀ ਆ। ਹੁਣ ਪਿੰਡਾਂ ਦੇ ਵਿੱਚ ਜਿਹੜੇ ਲੋਕ ਕਹਿੰਦੇ ਵੀ ਅਸੀਂ ਵੈਕਸੀਨੇਸ਼ਨ ਨਹੀਂ ਕਰਾਣੀ, ਅਸੀਂ ਟੈਸਟਿੰਗ ਨਹੀਂ ਕਰਾਣੀ, ਕਿਉਂਕਿ ਆਪਾਂ ਉਹਨਾਂ ਲੋਕਾਂ ਨੂੰ ਜਾਗਰੂਕ ਕੀਤਾ ਹੀ ਨਹੀਂ। ਜੇ ਉਹੀ ਪਿੰਡਾਂ ਦੇ ਬੱਚੇ ਸਿੱਖਿਆ ਸੰਸਥਾਵਾਂ ਨੇ ਕਰਨਾ ਸੀ, ਉਹ ਅਸੀਂ ਕਰਨਾ ਸੀ। ਜੇ ਉਹੀ ਸਾਡੇ ਕੋਲ ਆਂਦੇ, ਅਸੀਂ ਉਹਨਾਂ ਨੂੰ ਗਾਈਡ ਕਰਦੇ ਵੀ ਨਹੀਂ ਆਹ ਪ੍ਰੋਬਲਮਸ ਨੇ, ਇਹਦੇ ਆਹ ਬੈਨੀਫਿਟਸ ਨੇ, ਆਹ ਨੁਕਸਾਨ ਨੇ, ਤਾਂ ਤੁਸੀਂ ਜਾਗਰੂਕ ਕਰੋ। ਅਸੀਂ ਕਿਵੇਂ ਨਾ ਕਿਵੇਂ ਕੈਂਪ ਲਗਾ ਕੇ ਉਸ ਚੀਜ਼ ਦੀ ਹੈਲਪ ਕਰਦੇ। ਦੇਖੋ ਸਾਡਾ ਤੁਸੀਂ ਕੀ ਲੋਕ ਅਸੀਂ ਲੱਗਦਾ ਵੀ ਸਿੱਖਿਆ ਸੰਸਥਾਵਾਂ ਕੋਈ ਜਲਾਦ ਥੋੜੀ ਨੇ, ਸਾਡੇ ਆਪਦੇ ਬੱਚੇ ਵੀ ਨੇ। ਮੈਂ ਨਹੀਂ ਚਾਹੁੰਦਾ ਵੀ ਤੁਸੀਂ ਛੋਟੇ ਬੱਚਿਆਂ ਨੂੰ ਬੁਲਾਓ, ਠੀਕ ਹੈ, ਇੱਕ ਲਿਮਿਟ ਹੈਗੀ ਹੈ, ਜਿੱਥੇ ਲੱਗਦਾ ਵੀ ਆਪਾਂ ਨੂੰ ਆਹ ਲਿਮਿਟ ਤੱਕ ਬੱਚੇ ਨੂੰ ਬੁਲਾ ਲੈਣਾ ਚਾਹੀਦਾ, ਉਦ ਤੱਕ ਬੱਚੇ ਨੂੰ ਕਾਲ ਕਰੋ। ਸਾਰੇ ਨਹੀਂ, ਇੱਕ ਲਿਮਿਟ ਫਿਕਸ ਕਰਕੇ ਦੇਖੋ, ਸਕੂਲ ਦੀ ਕਪੈਸਿਟੀ ਦੇਖੋ, ਕਾਲਜ ਦੀ ਕਪੈਸਿਟੀ ਦੇਖੋ, ਸੰਸਥਾਵਾਂ ਦੀ ਕਪੈਸਿਟੀ ਦੇਖੋ, ਉਸ ਹਿਸਾਬ ਦੇ ਨਾਲ ਬੱਚੇ ਕਾਲ ਕਰੋ। ਜਦੋਂ ਹਰ ਚੀਜ਼ ਅਲਾਓ ਕੀਤੀ ਜਾ ਸਕਦੀ ਹੈ, ਇੱਕ ਹੀ ਚੀਜ਼ ਅਲਾਓ ਕਿਉਂ ਨਹੀਂ ਹੈ? ਹੁਣ ਬੜੀ ਹਾਸੋਹੀਣੀ ਗੱਲ ਹੈਗੀ ਆ ਵੀ ਜੀ ਠੇਕੇ ਖੁੱਲੇ, ਕਿਤਾਬਾਂ ਬੰਦ। ਦੇਖੋ ਇਹ ਆਪਾਂ ਪੂਰੇ ਵਿਸ਼ਵ ਨੂੰ ਕੀ ਸੰਦੇਸ਼ ਕੀ ਦੇ ਰਹੇ ਹਾਂ ਵੀ ਕੀ ਚੀਜ਼ ਜ਼ਰੂਰੀ ਆ। ਵੀ ਜ਼ਰੂਰੀ ਦੇ ਵਿੱਚ ਜਿਹੜਾ ਸਰਕਾਰ ਨੇ ਪੈਰਾਮੀਟਰ ਅਪਣਾਏ ਨੇ, ਵੀ ਉਹ ਇਹਨਾਂ ਨੇ ਸਿੱਖਿਆ ਨੂੰ ਜ਼ਰੂਰੀ ਦੇ ਵਿੱਚੋਂ ਕੱਢਤਾ। ਵੀ ਤੁਸੀਂ ਕਹਿੰਦੇ ਹੋ ਵੀ ਘਰੇ ਬੈਠੋ, ਸ਼ਰਾਬ ਪੀਓ ਦੱਬ ਕੇ, ਕਿਤਾਬ ਨਾ ਪੜ੍ਹੋ। ਕਿਤਾਬ ਪੜ੍ਹੋਗੇ ਤਾਂ ਤੁਹਾਨੂੰ ਨੌਲੇਜ ਆ ਜਾਣੀ ਹੈ। ਜੇ ਨੌਲੇਜ ਆ ਜਾਣੀ, ਤੁਸੀਂ ਸਾਡੀ ਗੱਲ ਥੋੜੀ ਸੁਣਨੀ ਆ। ਫਿਰ ਤਾਂ ਤੁਸੀਂ ਫੈਕਟ ਤੇ ਗੱਲ ਕਰੋਗੇ। ਹੁਣ ਤੁਸੀਂ ਅਣਜਾਣ ਹੋ ਕੇ ਗੱਲ ਕਰਦੇ ਹੋ। ਦੇਖੋ ਇਹ ਬੜਾ ਕੰਸਰਨ ਹੈ। ਠੀਕ ਹੈ, ਗਵਰਨਮੈਂਟ ਕਹਿੰਦੀ ਵੀ ਜੀ ਸਾਡੀ ਠੇਕੇ ਖੁੱਲ੍ਹਣ ਦੇ ਨਾਲ ਸਾਡੇ ਆਰਥਿਕ ਸਥਿਤੀ 'ਤੇ ਬਹੁਤ ਫਰਕ ਪੈਂਦਾ। ਤੁਸੀਂ ਜਿਹੜੀ 20/20 ਦੀ ਲੋਕਾਂ ਦੀ ਦੁਕਾਨ ਬੰਦ ਕਰ ਦਿੰਦੇ ਹੋ, ਜਿਹੜਾ ਕਿ 4 ਮੈਂਬਰਾਂ ਦਾ ਘਰ ਚਲਾਉਂਦਾ, ਉਹਦੀ ਆਰਥਿਕ ਸਥਿਤੀ ਕਿੱਥੇ ਗਈ ਹੈ? ਉਹਦਾ ਕੌਣ ਜ਼ਿੰਮੇਵਾਰ ਆ? ਜੇ ਸਰਕਾਰ ਇੱਕ ਕਿੱਤਾ ਬੰਦ ਕਰਕੇ ਸਰਕਾਰ ਨਹੀਂ ਚੱਲ ਸਕਦੀ, ਤਾਂ ਜਿਹਦਾ ਇੱਕੋ ਇੱਕ ਕੰਮ ਹੈ ਉਹ ਬੰਦ ਕਰਕੇ ਕਿਵੇਂ ਘਰ ਚਲਾਊਗਾ? ਨਹੀਂ, ਸਰਕਾਰ ਤਾਂ ਹੱਥ ਤੇ ਹੱਥ ਧਰ ਕੇ ਬਹਿ ਗਈ, ਆਪਦੀ ਜ਼ਿੰਮੇਵਾਰੀ ਤੋਂ ਭੱਜ ਗਈ। ਦੇਖੋ ਦੋਗਲੀ ਨੀਤੀ ਨਹੀਂ ਹੋਣੀ ਚਾਹੀਦੀ। ਜੇ ਸਰਕਾਰ ਆਪਦੀ ਇਨਕਮ ਜਾਰੀ ਰੱਖਣਾ ਚਾਹੁੰਦੀ ਆ ਤਾਂ ਸਰਕਾਰ ਲੋਕਾਂ ਦੀ ਵੀ ਇਨਕਮ ਜਾਰੀ ਰੱਖੇ, ਜਾਂ ਉਹਨਾਂ ਨੂੰ ਕੋਈ ਨਾ ਕਿਸੇ ਤਰੀਕੇ ਨਾਲ ਫਾਈਨੈਂਸ਼ੀਅਲੀ ਸਪੋਰਟ ਕਰੇ। ਹੁਣ ਮੈਂ ਦੇਖੋ ਸਿੱਖਿਆ ਸੰਸਥਾਵਾਂ ਦੀ ਮੈਂ ਕਿਉਂ ਗੱਲ ਕਰਦਾ, ਕਿਉਂਕਿ ਅਸੀਂ ਜਦੋਂ ਸਾਡਾ ਬੇਸ ਆ ਜਿਹੜੀ ਨਹੀਂ ਹੈ ਉਹ ਤਾਂ ਸਿੱਖਿਆ ਹੀ ਹੈ ਨਾ। ਦੇਖੋ ਜਿੰਨਾ ਚਿਰ ਤੁਸੀਂ ਸਮਾਜ ਦਾ ਜਿਹੜਾ ਬਿਲਕੁਲ ਜੇ ਬੱਚੇ ਨੂੰ ਤੁਸੀਂ ਪ੍ਰੋਜ਼ ਕੌਨਸ ਨਹੀਂ ਦੱਸੋਗੇ, ਬੱਚੇ ਨੂੰ ਜ਼ਿੰਦਗੀ ਉਹਦੇ ਨਾਲ ਜਿਉਣਾ ਨਹੀਂ ਸਿਖਾਓਗੇ, ਤਾਂ ਉਹ ਬੱਚੇ ਨੂੰ ਤੁਸੀਂ ਹੈਂਡੀਕੈਪ ਕਰ ਰਹੇ ਹੋ। ਜਦਕਿ ਚਾਹੀਦਾ ਕੀ ਸੀ, ਬੱਚੇ ਨੂੰ ਦੱਸਣਾ ਚਾਹੀਦਾ ਸੀ ਵੀ ਇਸ ਮਹਾਮਾਰੀ ਨਾਲ ਨਜਿੱਠਣਾ ਕਿਵੇਂ ਆ, ਤੁਸੀਂ ਘਰ ਜਾ ਕੇ ਕਿੱਦਾਂ ਦਾ ਰੋਲ ਪਲੇ ਕਰਨਾ। ਫਿਰ ਜਾ ਕੇ ਬੱਚੇ ਨੂੰ ਜਿਹੜਾ ਹੈਗਾ ਬੱਚੇ ਨੂੰ ਨੌਲੇਜ ਮਿਲਣੀ ਸੀ, ਫਿਰ ਕਿਤੇ ਬਿਮਾਰੀ ਨਾਲ ਆਪਾਂ ਨਜਿੱਠਣ ਦੇ ਲਈ ਕਾਮਯਾਬ ਹੋ ਸਕਦੇ ਸੀ। ਜੇ ਕਿਤੇ ਸਿੱਖਿਆ ਸੰਸਥਾਵਾਂ ਸਿੰਗਲਾ ਜੀ ਚੱਲਦੀਆਂ ਰਹਿੰਦੀਆਂ, ਜਿਵੇਂ ਬੱਚਿਆਂ ਨੂੰ ਸਿੱਖਿਆ ਉੱਥੋਂ ਦਿੱਤੀ ਜਾਂਦੀ, ਮੈਨੂੰ ਲੱਗਦਾ ਜਿਹੜੀ ਸਰਕਾਰ ਹੁਣ ਸਮੱਸਿਆ ਨਾਲ ਜੂਝਦੀ ਹੈ ਵੀ ਲੋਕ ਸਮਝ ਨਹੀਂ ਰਹੇ, ਵੀ ਅਸੀਂ ਸਮਝਾਉਣ ਦੇ ਯਤਨ ਕਰਦੇ ਹਾਂ ਕਿ ਉਹ ਇਕੱਲਾ ਇਸ਼ਤਿਹਾਰੀ ਤੌਰ ਤੇ ਪ੍ਰਚਾਰ ਕਰਦੇ ਨੇ। ਵੀ ਜੇ ਬੱਚੇ ਛੋਟੇ ਬੱਚੇ ਜਿਹੜੇ ਜਾ ਕੇ ਆਪਦੇ ਘਰਾਂ 'ਚ ਪੇਰੈਂਟਸ ਨੂੰ ਵੀ ਦੱਸਦੇ ਵੀ ਸਾਨੂੰ ਕੋਈ ਹੱਥ ਦੂਜਿਆਂ ਨਾਲ ਮਿਲਾਉਣ ਤੋਂ ਗਰੇਜ਼ ਕਰਨਾ ਚਾਹੀਦਾ, ਯਾਨੀ ਇਸ ਤਰ੍ਹਾਂ ਦੀਆਂ ਜਿਹੜੀਆਂ ਕੋਈ ਜੇ ਇਹਦੇ ਨਾਲ ਕਰੋਨਾ ਤੋਂ ਬਚਾਅ ਦੇ ਜਿਹੜੇ ਸਾਧਨ ਸੀ, ਜੇ ਸਿੱਖਿਆ ਸੰਸਥਾਵਾਂ ਵਾਲੇ ਬੱਚਿਆਂ ਨੂੰ ਦੱਸਦੇ, ਬੱਚੇ ਪੇਰੈਂਟਸ ਨੂੰ ਦੱਸਦੇ, ਵੀ ਮੈਨੂੰ ਲੱਗਦਾ ਇਹ ਡਰ ਚੰਗੀ ਨਾ ਹੁੰਦੀ, ਚਾਹੇ ਵੈਕਸੀਨ ਦੀ ਹੈ। ਬਿਲਕੁਲ ਨਿੱਕਾ ਜੀ, ਬਹੁਤ ਫਰਕ ਪੈਂਦਾ। ਦੇਖੋ ਬੱਚਾ ਜਦੋਂ ਘਰ ਜਾ ਕੇ ਕੋਈ ਚੀਜ਼ ਦੱਸਦਾ ਨਾ, ਤਾਂ ਉਹਦੇ ਮਾਪਿਆਂ 'ਤੇ, ਉਹਨਾਂ ਦੇ ਪੇਰੈਂਟਸ 'ਤੇ ਬਹੁਤ ਵਧੀਆ ਪ੍ਰਭਾਵ ਪੈਂਦਾ। ਠੀਕ ਹੈ, ਹੁਣ ਆਮ ਤੌਰ 'ਤੇ ਜਿੰਨਾ ਚੱਕਰ ਆਪਾਂ ਪਿੰਡਾਂ 'ਚ ਸੱਥਾਂ 'ਚ ਗੱਲ ਹੁੰਦੀ ਆ, ਉੱਥੇ ਉਹੀ ਗੱਲਾਂ ਡਿਸਕਸ ਕੀਤੀਆਂ ਜਾਂਦੀਆਂ ਜਿਹੜੀਆਂ ਕਿ ਉਹਨਾਂ ਨੇ ਸੁਣੀਆਂ ਹੁੰਦੀਆਂ, ਫੈਕਟ 'ਤੇ ਗੱਲਾਂ ਨਹੀਂ ਹੁੰਦੀਆਂ। ਇਸ ਕਰਕੇ ਆਮ ਤੌਰ 'ਤੇ ਗਲਤ ਧਾਰਨਾ ਪੈ ਜਾਂਦੀ ਹੈ ਜੀ ਵੀ ਵੈਕਸੀਨੇਸ਼ਨ ਨਾਲ ਤਾਂ ਆਹ ਪ੍ਰਭਾਵ ਹੈਗੇ ਆ। ਤੁਸੀਂ ਦੇਖੋ ਜਿੰਨੀਆਂ ਡਿਵੈਲਪਡ ਕੰਟਰੀਜ਼ ਨੇ, UK ਹੈ, US ਹੈ, ਕੈਨੇਡਾ ਹੈ, ਜਰਮਨੀ ਹੈ, ਉੱਥੇ ਸਭ ਜਗ੍ਹਾ ਵੈਕਸੀਨੇਸ਼ਨ ਹੋ ਰਹੀ ਹੈ, ਉੱਥੇ ਸਭ ਜਗ੍ਹਾ ਖੁੱਲ੍ਹ ਰਿਹਾ, ਅਤੇ ਇਸ ਕਰਕੇ ਵੈਕਸੀਨੇਸ਼ਨ ਸਭ ਨੂੰ ਲਗਵਾਉਣੀ ਚਾਹੀਦੀ ਹੈ। ਦੂਸਰਾ ਟੈਸਟਿੰਗ, ਉੱਥੇ ਟੈਸਟਿੰਗ ਰੇਟ ਇੰਡੀਆ ਨਾਲੋਂ ਕਿਤੇ ਵੱਧ ਹੈਗਾ, ਟੈਸਟਿੰਗ ਹੋਣੀ ਚਾਹੀਦੀ ਆ। ਜੇ ਤੁਸੀਂ ਟੈਸਟ ਹੀ ਨਹੀਂ ਕਰੋਗੇ ਤਾਂ ਲੋਕਾਂ ਨੂੰ ਤਾਂ ਮਰਨ ਲਈ ਛੱਡ ਰਹੇ ਤੁਸੀਂ ਟੈਸਟਿੰਗ ਪ੍ਰੋਪਰ ਕਰੋਗੇ। ਟੈਸਟਿੰਗ ਉਹਦੇ ਲਈ ਕੀ ਹੈ, ਬੱਚਿਆਂ ਨੂੰ ਜੇ ਸਕੂਲ 'ਚ ਆਉਂਦੇ ਤਾਂ ਉਹਨਾਂ ਨੂੰ ਦੱਸਿਆ ਜਾਂਦਾ ਵੀ ਤੁਸੀਂ ਆਪਦੇ ਪੇਰੈਂਟਸ ਨੂੰ ਦੇਖੋ, ਚੈੱਕ ਕਰੋ, ਉਹਨਾਂ 'ਚ ਕੋਈ ਸਿੰਪਟਮਸ ਹੈ ਸਾਨੂੰ ਦੱਸੋ, ਅਸੀਂ ਚੈੱਕ ਕਰਾਂਗੇ। ਜਾਂ ਅਸੀਂ ਕੋਈ ਕੈਂਪ ਲਾਵਾਂਗੇ, ਅਸੀਂ ਪੇਰੈਂਟਸ ਦਾ ਕੈਂਪ ਲਾਉਂਦੇ ਸਕੂਲਾਂ ਦੇ ਵਿੱਚ, ਪੇਰੈਂਟਸ PTM ਬੁਲਾ ਕੇ ਅਸੀਂ ਉਹਨਾਂ ਪੇਰੈਂਟਸ ਨੂੰ ਚੈੱਕ ਕਰ ਸਕਦੇ ਸੀ। ਹੁਣ ਤੁਸੀਂ ਕੀ ਸਮਝਦੇ ਹੋ ਵੀ ਸਕੂਲ ਬੰਦ ਕਰਕੇ ਜਿਹੜੇ ਬੱਚੇ ਘਰ ਬੈਠੇ ਨੇ, ਜਾਂ ਕਾਲਜ ਬੰਦ ਕਰਕੇ ਜਿਹੜੇ ਬੱਚੇ ਘਰ ਬੈਠੇ ਨੇ, ਜਾਂ ਆਈਲੈਟਸ ਇੰਸਟੀਟਿਊਟ ਬੰਦ ਕਰਕੇ ਜਿਹੜੇ ਬੱਚੇ ਘਰ ਬੈਠੇ ਨੇ, ਉਹਨਾਂ ਦੇ ਪੇਰੈਂਟਸ ਤਾਂ ਕੰਮ ਕਰਦੇ ਨੇ? ਕੀ ਉਹਨਾਂ ਦੇ ਪੇਰੈਂਟਸ ਸੰਪਰਕ 'ਚ ਆਉਂਦੇ ਨੇ, ਜੇ ਜਾਂਦੇ ਨਹੀਂ? ਕੀ ਉਹਨਾਂ ਦੇ ਪੇਰੈਂਟਸ ਬੱਚਿਆਂ ਨਾਲੋਂ ਅਲੱਗ ਰਹਿੰਦੇ ਨੇ, ਨਾਲ ਰਹਿੰਦੇ ਨੇ? ਫਿਰ ਉਹ ਉੱਥੇ ਨਹੀਂ ਕਰੋਨਾ ਫੈਲਦਾ। ਤਾਂ ਇਸ ਕਰਕੇ ਵੀ ਸਭ ਤੋਂ ਵਧੀਆ ਰੋਕਥਾਮ ਤਾਂ ਇਹਦਾ ਬਚਾਅ ਹੈ। ਬਚਾਅ ਦੇ ਨਾਲ ਇਹਨੂੰ ਨਾਲ ਜੀਣਾ ਕਿਵੇਂ ਹੈ, ਇਹ ਬੜਾ ਜ਼ਰੂਰੀ ਹੈ।
ਔਰ ਸਿੱਖਿਆ ਸੰਸਥਾਵਾਂ ਇਹਦੇ ਵਿੱਚ ਸਭ ਤੋਂ ਮੋਢੀ ਰੋਲ ਅਦਾ ਕਰਦੀਆਂ ਜੇ ਸਰਕਾਰ ਇਸ ਚੀਜ਼ ਦੇ ਲਈ ਅਲਾਉ ਕਰਦੀ। ਜਾਣੀ ਗੱਲ ਇਹੀ ਹੈ ਵੀ ਜੇ ਕਿਤੇ ਸਰਕਾਰ ਨੇ ਸਿੱਖਿਆ ਨੂੰ ਜਿਹੜੀਆਂ ਮੁੱਢਲੀਆਂ ਜ਼ਰੂਰਤਾਂ ਦੇ ਵਿੱਚ ਜਿਹੜੀ ਜ਼ਰੂਰੀ ਵਸਤਾਂ ਦੇ ਵਿੱਚ ਗਿਣਿਆ ਹੁੰਦਾ, ਜਿਵੇਂ ਜ਼ਰੂਰੀ ਚੀਜ਼ਾਂ 'ਚ ਗਿਣ ਲੈਂਦੇ ਨੇ, ਬਾਕੀ ਦੁਕਾਨਾਂ ਕਹਿੰਦੇ ਨੇ, ਹੋਰ ਜਿਹੜੀਆਂ ਮਤਲਬ ਜੀਵਨ ਜਿਉਣ ਵਾਲੀ ਜਿਹੜੀਆਂ ਚੀਜ਼ਾਂ ਉਹਨਾਂ ਉਹਦਾ ਜ਼ਰੂਰੀ 'ਚ ਰੱਖਦੇ ਨੇ, ਜੇ ਇਹਦੇ 'ਚ ਗਿਣਿਆ ਹੁੰਦਾ ਤਾਂ ਮੈਨੂੰ ਲੱਗਦਾ ਵੀ ਇਹ ਜਿਹੜਾ ਹੁਣ ਦੇ ਹਾਲਤ ਹੈ ਇਹ ਇਸ ਨਾਲੋਂ ਜ਼ਿਆਦਾ ਬਿਹਤਰ ਹੁੰਦੇ। ਬਿਲਕੁਲ ਬਿਹਤਰ ਹੁੰਦੇ ਜੇ ਸਰਕਾਰ ਕੰਸੀਡਰ ਕਰਦੀ ਵੀ ਸਿੱਖਿਆ ਸੰਸਥਾਵਾਂ ਇੱਕ ਵਧੀਆ ਰੋਲ ਪਲੇ ਕਰ ਸਕਦੀਆਂ, ਕਿਉਂਕਿ ਕਿਤੇ ਨਾ ਕਿਤੇ ਤੁਸੀਂ ਨਿੱਕਾ ਜੀ ਇਸ ਨੂੰ ਗੱਲ ਮੰਨਣੀ ਪਏਗੀ ਵੀ ਜਿਹੜੇ ਟੀਚਰ ਨੇ, ਅਧਿਆਪਕ ਨੇ, ਗੁਰੂ ਨੇ, ਉਹਨਾਂ ਦਾ ਬੱਚਿਆਂ 'ਤੇ ਇੱਕ ਵਧੀਆ ਪ੍ਰਭਾਵ ਹੁੰਦਾ। ਉਹਨਾਂ ਦੇ ਸਮਝਾਉਣ ਦੇ ਨਾਲ, ਉਹਨਾਂ ਦੇ ਗਾਈਡ ਕਰਨ ਦੇ ਨਾਲ, ਫੈਕਟ ਕਰਨ ਦੇ ਨਾਲ ਇੱਕ ਤਾਂ ਕਰੋਨਾ ਮਹਾਮਾਰੀ ਬਾਰੇ ਸਹੀ ਤੱਥ ਪੇਰੈਂਟਸ ਤੱਕ ਪਹੁੰਚਣੇ ਸੀ। ਦੂਸਰਾ, ਉਹਦੀ ਰੋਕਥਾਮ ਕਿਵੇਂ ਕਰ ਸਕਦੇ ਹਾਂ, ਉਹਦੇ ਲਈ ਕੀ ਉਪਰਾਲੇ ਕਰ ਸਕਦੇ ਹਾਂ, ਉਹਦੀ ਸਹੀ ਤਰਤੀਬਵਾਰ ਜਿਹੜੀ ਹੈਗੀ ਆ ਇਨਫੋਰਮੇਸ਼ਨ ਜਿਹੜੀ ਹੈਗੀ ਆ ਉਹ ਪੇਰੈਂਟਸ ਤੱਕ ਜਾਣੀ ਸੀ, ਜਿਹਦੇ ਰਿਜ਼ਲਟ ਜਿਹੜੇ ਹੈਗੇ ਆ ਉਹ ਬਹੁਤ ਵਧੀਆ ਹੋਣੇ ਸੀ। ਤੁਸੀਂ ਹੁਣ ਦੇਖਦੇ ਹੋਵੋਗੇ ਆਮ ਤੌਰ 'ਤੇ ਤੁਸੀਂ ਜੇ ਬਰਨਾਲੇ ਦੇ 4 ਕੋਨੇ ਚਲੇ ਜਾਓ ਤਾਂ ਤੁਹਾਨੂੰ ਕਰੋਨਾ ਮਹਾਮਾਰੀ ਬਾਰੇ 4 ਹੀ ਕੋਨੇ 'ਚ ਅਲੱਗ-ਅਲੱਗ ਤਰੀਕੇ ਦੀ ਇਨਫੋਰਮੇਸ਼ਨ ਮਿਲੂਗੀ। ਕੋਈ ਬੰਦਾ ਤਾਂ ਇਹ ਕਰੂਗਾ ਵੀ ਯਾਰ ਵੈਕਸੀਨੇਸ਼ਨ ਦੇ ਨਾਲ ਤਾਂ ਉਹ ਪ੍ਰੋਬਲਮ ਆਉਂਦੀ ਹੈ ਜੀ, ਵੀ ਇਹਦੇ ਨਾਲ ਤਾਂ ਜੀ ਨਪੁੰਸਕਤਾ ਤੱਕ ਲੋਕ ਹੋ ਜਾਂਦੀ ਹੈ ਜੀ, ਹਾਂਜੀ ਇਹਨਾਂ ਕਰੋਨਾ ਦੁਬਾਰਾ ਹੋ ਜਾਂਦਾ ਜੀ, ਟੈਸਟਿੰਗ ਨਾਲ ਜੀ ਟੈਸਟ ਤਾਂ ਵੀ ਨੈਗੇਟਿਵ ਆ ਜਾਂਦੇ ਆ, ਪੋਜ਼ਿਟਿਵ ਆ ਜਾਂਦੇ ਆ। ਤਾਂ ਉਹ ਗਲਤ ਧਾਰਨਾਵਾਂ ਇਸ ਕਰਕੇ ਹੁੰਦੀਆਂ ਵੀ ਜਿਨ੍ਹਾਂ ਨੇ ਸਹੀ ਜਾਣਕਾਰੀ ਦੇਣੀ ਸੀ ਉਹਨਾਂ ਨੂੰ ਤੁਸੀਂ ਬੰਦ ਕਰਤਾ। ਬੰਦ ਕਰਨ ਕਰਕੇ ਹੁਣ ਜਿਹੋ ਜਿਹੀ ਲੋਕਾਂ ਨੂੰ ਜਾਣਕਾਰੀ ਮਿਲੀ ਜਾਂਦੀ ਹੈ, ਲੋਕ ਉਹੋ ਜਿਹੀ ਧਾਰਨਾਵਾਂ ਬਣਾਈ ਜਾਂਦੇ ਆ, ਇਸੇ ਕਰਕੇ ਮਹਾਮਾਰੀ ਜ਼ਿਆਦਾ ਫੈਲ ਰਹੀ ਹੈ। ਠੀਕ ਹੈ, ਇੱਕ ਗੱਲ ਤਾਂ ਸਿੰਗਲਾ ਜੀ ਇਹ ਧਿਆਨ ਦੇਣ ਯੋਗ ਹੈ ਵੀ ਸਰਕਾਰ ਜੇ ਚਾਹੁੰਦੀ ਜਿਹੜੀ ਸਹੀ ਤਰੀਕੇ ਨਾਲ ਨਜਿੱਠਣਾ ਚਾਹੁੰਦੀ ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਜ਼ਰੂਰੀ ਸੀ ਸਿੱਖਿਆ ਸੰਸਥਾਵਾਂ ਨੂੰ ਚਾਲੂ ਰੱਖਦੇ, ਹੋਰ ਚੀਜ਼ਾਂ ਜਿਹੜੀਆਂ ਰੋਕੀਆਂ ਜਾ ਸਕਦੀਆਂ ਸੀ। ਜੇ ਇਕੱਲੇ ਆਪਾਂ ਨਾਲ ਬੰਦ ਦੀ ਸਥਿਤੀ ਦੇਖਦੇ ਹਾਂ ਤਾਂ ਪਿਛਲੇ ਦਿਨੀ ਸਰਕਾਰ ਨੇ ਜਿਵੇਂ ਭੀੜ ਨੂੰ ਘਟਾਉਣ ਲਈ ਜਿਹੜਾ ਬਾਜ਼ਾਰ ਬੰਦ ਦੀ ਜਾਂ ਸੰਸਥਾਵਾਂ ਬੰਦ ਦੀ ਗੱਲ ਕਰਦੇ ਆ ਤਾਂ ਉਹਦਾ ਇੱਕੋ ਇੱਕ ਹੈ ਵੀ ਜਿਹੜੀ ਲੋਕਾਂ ਦੀ ਭੀੜ ਹੈ ਵੀ ਉਹਨੂੰ ਘਟਾਇਆ ਜਾਵੇ, ਉਹਨਾਂ ਦਾ ਇੱਕੋ ਹੀ ਤਰੀਕਾ ਰਹਿੰਦਾ। ਪਰ ਸਰਕਾਰ ਫੈਸਲਾ ਇਹੋ ਜਿਹਾ ਲੈਂਦੀ ਹੈ ਜਿਵੇਂ ਪਿਛਲੇ ਦਿਨੀ ਬੈਂਕਾਂ ਦਾ ਸਮਾਂ ਘਟਾਤਾ। ਜਦੋਂ ਬੈਂਕਾਂ ਦਾ ਸਮਾਂ ਨਿਸ਼ਚਿਤ ਪੁਰਾਣਾ ਹੀ ਸੀ ਤਾਂ ਕਿਸੇ ਬੈਂਕ ਦੇ ਮੂਹਰੇ ਭੀੜ ਨਹੀਂ ਸੀ ਦੇਖਣ ਨੂੰ ਮਿਲਦੀ। ਹੁਣ ਸਰਕਾਰ ਨੇ ਫੈਸਲਾ ਜਿਹੜੀ ਘਟਾਉਣਾ ਤਾਂ ਭੀੜ ਚਾਹੁੰਦੀ ਹੈ, ਪਰ ਨਾਲ ਦੀ ਨਾਲ ਉਹਨਾਂ ਦੇ ਫੈਸਲਿਆਂ ਨਾਲ ਵੱਧ ਭੀੜ ਗਈ। ਹਰ ਬੈਂਕ ਦੇ ਬਾਹਰ ਹੈ ਜਿਹੜੀਆਂ ਉਹ ਲੰਬੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ। ਬਿਲਕੁਲ ਸਹੀ ਗੱਲ ਹੈ ਨਿੱਕਾ ਜੀ। ਮੈਨੂੰ ਵੀ ਬੜਾ ਅਚਰਜ ਹੁੰਦਾ ਵੀ ਇਸ ਗੱਲ 'ਤੇ ਵੀ ਜਿਹੜੀਆਂ ਪਾਲਿਸੀਜ਼ ਬਣਦੀਆਂ ਨੇ ਜਾਂ ਪਲਾਨਿੰਗਸ ਹੁੰਦੀਆਂ ਨੇ ਵੀ ਉਹ 'ਤੇ ਕੋਈ ਸੋਚ ਵਿਚਾਰ ਲੋਕਾਂ ਦੇ ਨੁਮਾਇੰਦਿਆਂ ਨੂੰ ਵਿੱਚ ਪਾ ਕੇ ਹੁੰਦਾ ਕਿ ਨਹੀਂ ਹੁੰਦਾ। ਹੁਣ ਮੈਂ ਗੱਲ ਕਰਦਾ, ਇੱਕ ਬੱਸ ਦੇ ਵਿੱਚ 25 ਬੰਦੇ ਅਲਾਓ ਨੇ, ਜੇ ਮੈਂ ਗਲਤ ਨਾ ਹੋਵਾਂ ਮੈਨੂੰ ਲੱਗਦਾ 150 ਸਕੁਅਰ ਫੁੱਟ ਦੀ ਬੱਸ ਹੁੰਦੀ ਆ, ਉਹ 'ਚ 25 ਬੰਦੇ ਅਲਾਊਡ ਨੇ, ਔਰ ਇੱਕ ਕਾਰ 'ਚ 2 ਬੰਦੇ ਅਲਾਊਡ ਨੇ। ਜੇ ਉਹਨਾਂ ਦੇ 3 ਮੈਂਬਰ ਹੋਣ, ਤੀਜੇ ਨੂੰ ਕਿੱਥੇ ਤਾਂ ਛੱਤ 'ਤੇ ਚੜਾਉਣ ਜਾਂ ਉਹਨੂੰ ਘਰੇ ਛੱਡ ਕੇ ਜਾਣ ਜਾਂ ਉਹਨੂੰ ਪਿੱਛੇ ਰੱਸੀ ਨਾ ਬੰਨ੍ਹ ਦੇਣ। ਦੂਸਰੀ ਗੱਲ, ਸਕੂਲਾਂ, ਕਾਲਜ ਅਤੇ ਇੰਸਟੀਟਿਊਸ਼ਨ ਦੇ ਵਿੱਚ ਆਲਮੋਸਟ 400 ਫੁੱਟ ਦੇ ਕਮਰੇ ਨੇ, 500 ਫੁੱਟ ਦੇ ਕਮਰੇ ਨੇ। ਉੱਥੇ ਤੁਸੀਂ 20 ਬੱਚੇ ਨਹੀਂ ਬਿਠਾ ਸਕਦੇ, ਬੱਸ 'ਚ 25 ਬੱਚੇ ਅਲਾਊਡ ਨੇ। ਮੈਂ ਅੱਜ ਇੱਕ ਆਟੋ ਰਿਕਸ਼ਾ ਦੇਖ ਰਿਹਾ ਸੀ, ਉਹ ਪੂਰਾ ਭਰਿਆ ਆ ਰਿਹਾ ਸੀ ਵੀ ਆਟੋ ਰਿਕਸ਼ੇ ਦਾ ਉਸ ਤੋਂ ਵੀ ਘੱਟ ਥਾਂ ਹੈ ਵੀ ਉਹਦੇ ਵਿੱਚ 10-15 ਬੰਦੇ ਬੈਠੇ ਹੋਣ। ਇਸ ਦਾ ਮਤਲਬ ਇਹ ਹੈਗਾ ਵੀ ਕਿਤੇ ਨਾ ਕਿਤੇ ਸਾਨੂੰ ਨੀਤੀਆਂ ਬਣਾਉਣ ਵਾਲਿਆਂ ਦੀ ਨੀਅਤ ਦੇਖਣੀ ਪੈਣੀ ਹੈ ਵੀ ਉਹ ਕੀ ਸਹੀ ਦੇ ਵਿੱਚ ਜਿਹੜੇ ਉਪਰਾਲੇ ਹੋ ਰਹੇ ਨੇ, ਕੀ ਉਹ ਕਰੋਨਾ ਨੂੰ ਘਟਾਉਂਦੇ ਨੇ ਜਾਂ ਵਧਾਉਂਦੇ ਨੇ। ਦੇਖੋ, ਜੇ ਸਰਕਾਰ ਚਾਹੁੰਦੀ ਹੈ ਨਜਿੱਠਣਾ, ਠੀਕ ਹੈ, 15 ਦਿਨ ਦੇ ਲਈ ਬਿਲਕੁਲ ਕੰਪਲੀਟ ਬੰਦ ਕਰੇ, ਪਰ ਉਹਨਾਂ 15 ਦਿਨਾਂ ਦੇ ਵਿੱਚ ਸਰਕਾਰ ਆਪਣੀ ਮਸ਼ੀਨਰੀ ਨੂੰ ਯੂਜ਼ ਕਰਕੇ ਜੋ ਮੈਕਸਿਮਮ ਕਰ ਸਕਦੀ ਆ। ਮੈਂ ਨਹੀਂ ਕਹਿੰਦਾ ਸਰਕਾਰ ਕੋਲ ਜਾਦੂ ਦੀ ਛੜੀ ਆ ਵੀ ਉਹ ਜਾਦੂ ਛੜੀ ਚਲਾਊਗੀ ਉਹ ਸਭ ਕੁਝ ਠੀਕ ਹੋ ਜਾਊਗਾ, ਨਹੀਂ, ਬਿਲਕੁਲ ਨਹੀਂ। ਪਰ ਸਰਕਾਰ ਦੀਆਂ ਜਿਹੜੀਆਂ ਉਪਰਾਲੇ ਨੇ ਉਹ ਦਿਖਣੇ ਵੀ ਤਾਂ ਚਾਹੀਦੇ ਆ। ਜੇ ਤੁਸੀਂ 1 ਤਰੀਕ ਤੋਂ ਬੰਦ ਕਰਤਾ, ਅੱਜ 9 ਮਈ ਤੱਕ ਤੁਹਾਡੇ ਕੋਲ ਵੈਕਸੀਨੇਸ਼ਨ ਹੀ ਹੈ ਨਹੀਂ, ਤਾਂ ਫਿਰ ਤਾਂ 6 ਦਿਨ ਰਹਿ ਗਏ, ਫਿਰ ਤਾਂ ਤੁਸੀਂ 15 ਦਿਨਾਂ ਬਾਅਦ ਫਿਰ ਐਲਾਨ ਕਰ ਦੋਗੇ 15 ਦਿਨ ਲਈ ਹੋਰ ਬੰਦਾ ਵੀ ਇੰਨਾ ਕਰਕੇ ਵੱਧਦਾ ਰਿਹਾ। ਫਿਰ ਸਰਕਾਰ, ਤੁਸੀਂ ਲੋਕਾਂ ਨੂੰ ਤੁਸੀਂ ਕਿਵੇਂ ਦੇਖੋ, ਲੋਕ ਹੁਣ ਕੰਟਰੋਲ ਨਹੀਂ ਹੋਣੇ ਸਰਕਾਰ ਤੋਂ। ਹੁਣ ਲੋਕ ਉਸ ਸਥਿਤੀ 'ਚ ਹੈ ਨਹੀਂ ਵੀ ਆਪਣਾ ਰੁਜ਼ਗਾਰ ਇੰਨੇ ਮਹੀਨੇ ਲਈ ਬੰਦ ਕਰਕੇ ਘਰ ਬੈਠੇ ਰਹਿਣਗੇ। ਲੋਕਾਂ ਨੂੰ ਸੜਕਾਂ 'ਤੇ ਆਉਣਾ ਪਊਗਾ, ਕਿਉਂਕਿ ਸੜਕਾਂ 'ਤੇ ਆਉਣਾ ਪਊਗਾ। ਸਰਕਾਰ ਨੇ ਤਾਂ ਉਹਨਾਂ ਨੂੰ ਰੋਜੀ ਰੋਟੀ ਦੇਣੀ ਨਹੀਂ ਆ, ਉਹਨਾਂ ਨੂੰ ਆਪ ਕਮਾਉਣੀ ਪੈਣੀ ਆ। ਆਪ ਕਮਾਉਣ ਦੇ ਲਈ ਉਹਨਾਂ ਨੂੰ ਡੈਫੀਨੇਟਲੀ ਸੜਕਾਂ 'ਤੇ ਆਉਣਾ ਪਊਗਾ, ਜਾਂ ਸਰਕਾਰ ਨੂੰ ਆਪਦੇ ਉਪਰਾਲੇ ਵਧਾਉਣੇ ਪੈਣਗੇ ਔਰ ਉਹਨਾਂ ਨੂੰ ਸਥਿਤੀ 'ਚ ਤਰਜੀਹਾਂ ਵੀ ਤੈਅ ਕਰਨੀਆਂ ਪੈਣਗੀਆਂ ਸਰਕਾਰ ਨੂੰ ਵੀ ਆਪਦੀਆਂ ਤਰਜੀਹਾਂ ਕੀ ਨੇ ਉਹ ਦੇਖੇ। ਬਿਲਕੁਲ। ਦੇਖੋ ਜੀ, ਮੈਂ ਦੇਖ ਰਿਹਾ ਅੱਜ ਤੁਸੀਂ WhatsApp ਜਾਂ ਜਿੰਨੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਨੇ ਤੁਸੀਂ ਦੇਖੋਗੇ
ਇਲੈਕਸ਼ਨ ਹੋ ਰਹੀ ਹੈ ਜੀ, ਉੱਥੇ 200 ਬੰਦਾ ਇਕੱਠਾ ਹੋਇਆ, ਉੱਥੇ ਪ੍ਰਧਾਨ ਬਣਨਾ, ਉੱਥੇ 50 ਬੰਦਾ ਇਕੱਠਾ ਹੋਇਆ, ਕਿਤੇ ਕਿਤੋਂ ਦੀ ਖਬਰ ਹੈ, ਕਿਤੇ ਕਿਤੋਂ ਦੀ ਖਬਰ ਹੈ, ਕਿਤੋਂ ਕਿਤੋਂ ਦੀ ਖਬਰ ਹੈ। ਵੀ ਜਿਹੜੇ ਨੀਤੀਆਂ ਬਣਾਉਣ ਵਾਲੇ, ਜਿਨ੍ਹਾਂ ਨੂੰ ਆਪ ਨੂੰ ਨਹੀਂ ਪਤਾ ਵੀ ਅਸੀਂ 10 ਬੰਦਿਆਂ ਦਾ ਕੰਟਰੋਲ ਕਰਨਾ ਹੈਗਾ, ਫਿਰ ਤੁਸੀਂ ਜਾ ਕੇ ਪੈਲਸਾਂ 'ਚ ਜਾ ਕੇ 20 ਬੰਦਿਆਂ ਦੀ ਜਾ ਕੇ ਚਲਾਨ ਕੱਢ ਦਿੰਦੇ ਹੋ। ਤੁਸੀਂ ਆਪ ਉੱਥੇ ਕਮਰਿਆਂ 'ਚ 20 25 25 30 ਬੰਦੇ ਦੀ ਮੀਟਿੰਗ ਕਰਦੇ ਹੋ, ਤਾਂ ਤੁਸੀਂ ਫਿਰ ਇਹ ਤੁਹਾਨੂੰ ਕੌਣ ਅਧਿਕਾਰ ਕੌਣ ਦਿੰਦਾ? ਤੁਸੀਂ ਇਸ ਚੀਜ਼ ਦੀ ਵੇਟ ਕਰਦੇ ਹੋ ਵੀ ਲੋਕ ਤੁਹਾਡੇ ਪਿੱਛੇ ਪੈਣ ਆ ਕੇ? ਕੀ ਤੁਸੀਂ ਇਸ ਚੀਜ਼ ਦੀ ਵੇਟ ਹੀ ਕਰਦੇ ਹੋ ਵੀ ਲੋਕ ਤੁਹਾਡੇ ਪਿੱਛੇ ਪੈਣ? ਤੁਸੀਂ ਤੁਹਾਨੂੰ ਕੋਈ ਅਧਿਕਾਰ ਨਹੀਂ ਇਸ ਚੀਜ਼ ਦਾ। ਜੇ ਤੁਸੀਂ ਕੋਈ ਨਿਯਮ ਬਣਾਏ ਨੇ ਤਾਂ ਜਾਂ ਤਾਂ ਸਭ ਲਈ ਲਾਗੂ ਹੋਣ ਜਾਂ ਫਿਰ ਕਿਸੇ 'ਤੇ ਵੀ ਲਾਗੂ ਨਾ ਹੋਣ। ਸਿੰਗਲਾ ਸਾਹਿਬ, ਤੁਸੀਂ ਆਖਰ ਦੇ ਵਿੱਚ ਜੇ ਆਪਾਂ ਆਪਣੀ ਗੱਲਬਾਤ ਸਮਾਪਤ ਕਰੀਏ, ਸਰਕਾਰ ਤੋਂ ਤੁਸੀਂ ਡਿਮਾਂਡ ਕੀ ਕਰਦੇ ਹੋ? ਤੁਹਾਨੂੰ ਕੀ ਲੱਗਦਾ ਵੀ ਸਰਕਾਰ ਨੂੰ ਕੀ ਕਰਨਾ ਚਾਹੀਦਾ ਇਹ ਮਹਾਮਾਰੀ ਨਾਲ ਨਜਿੱਠਣ ਲਈ, ਤੇ ਲੋਕ ਨੇ ਜਿਹੜੇ ਉਹ ਕਾਰੋਬਾਰੀ ਤੌਰ 'ਤੇ ਵੀ ਪ੍ਰਭਾਵਿਤ ਨਾ ਹੋਣ? ਵੀ ਕੀ ਇਹੋ ਜਿਹਾ ਸੋਲਿਊਸ਼ਨ ਹੋਣਾ ਚਾਹੀਦਾ ਜਿਹੜੀ ਸਰਕਾਰ ਤੋਂ ਤੁਸੀਂ ਡਿਮਾਂਡ ਕਰਦੇ? ਦੇਖੋ, ਮੈਂ ਤਾਂ ਇਹੀ ਕਹਿਣਾ ਹੈਗਾ ਵੀ ਸਰਕਾਰ, ਦੇਖੋ ਮੈਂ ਕਿਸੇ ਪਾਰਟੀ ਨੂੰ ਬਿਲੋਂਗ ਨਹੀਂ ਕਰਦਾ ਜਾਂ ਸਾਡਾ ਕੋਈ ਮੰਤਵ ਕੋਈ ਪੋਲੀਟੀਕਲ ਰਾਜਨੀਤਿਕ ਤੌਰ 'ਤੇ ਗੱਲ ਕਰਨ ਦਾ ਨਹੀਂ ਆ। ਹੁਣ ਲਿਫਾਫੇਬਾਜ਼ੀ ਦਾ ਟਾਈਮ ਨਹੀਂ ਆ। ਹੁਣ ਜੋ ਵੀ ਸਰਕਾਰ ਉਪਰਾਲਾ ਕਰ ਰਹੀ ਆ ਉਹਦੇ ਰਿਜ਼ਲਟ ਮਿਲਣੇ ਚਾਹੀਦੇ ਆ ਔਰ ਉਹ ਦਿਖਣੇ ਵੀ ਚਾਹੀਦੇ ਆ। ਸਰਕਾਰ ਇੱਕ ਵਾਈਟ ਪੇਪਰ ਜਾਰੀ ਕਰੇ, ਉਹ ਦੱਸੇ ਲੋਕਾਂ ਨੂੰ ਵੀ ਅਸੀਂ 20 ਦਿਨ ਦੇ ਵਿੱਚ ਸਾਡੀ ਆਹ ਪਲਾਨਿੰਗ ਆ, ਅਸੀਂ ਆਹ ਚੀਜ਼ ਪਲਾਨ ਕਰਾਂਗੇ, ਠੀਕ ਹੈ। ਉਹ ਦੱਸੇ ਵੀ ਅਸੀਂ 20 ਦਿਨ 'ਚ ਕਿੰਨੇ ਲੱਖ ਲੋਕਾਂ ਨੂੰ ਵੈਕਸੀਨੇਸ਼ਨ ਲਾਵਾਂਗੇ, ਅਸੀਂ ਕਿੰਨੇ ਕਰੋੜ ਅਸੀਂ ਟੈਸਟਿੰਗ ਕਰਾਂਗੇ, ਅਸੀਂ ਕਿੰਨੇ ਐਕਸਟਰਾ ਬੈੱਡ ਫੈਸਿਲਿਟੀ ਦੇਵਾਂਗੇ, ਕਿੰਨੀ ਆਕਸੀਜਨ ਅਸੀਂ ਹੋਰ ਲਾਵਾਂਗੇ, ਤਾਂ ਕਿ ਲੋਕ ਐਟਲੀਸਟ ਘਰ ਬਹਿ ਕੇ ਇਸ ਤਰੀਕੇ ਨਾਲ ਡਰਨ ਨਾ। ਉਹ ਘਰੇ ਸਹੀ ਹੁੰਦੇ ਹੋਏ ਵੀ ਮੌਤ ਦਾ ਖੇਲ ਨਾ ਖੇਲਣ। ਲੋਕਾਂ ਦੀ ਸਥਿਤੀ ਇਹ ਹੋਈ ਪਈ ਨਿੱਕਾ ਜੀ, ਘਰੇ ਬੈਠ ਕੇ ਉਹਨਾਂ ਨੂੰ ਲੱਗਦਾ ਵੀ ਮੈਂ ਬਿਮਾਰ ਹੋ ਗਿਆ, ਮੈਨੂੰ ਤਾਂ ਆਕਸੀਜਨ ਵੀ ਨਹੀਂ ਮਿਲਣੀ, ਮੈਨੂੰ ਬੈੱਡ ਵੀ ਨਹੀਂ ਮਿਲਣੀ, ਠੀਕ ਹੈ, ਮੈਨੂੰ ਐਂਬੂਲੈਂਸ ਵੀ ਨਹੀਂ ਮਿਲਣੀ। ਮੈਂ ਤੁਹਾਡੀ ਇੱਕ ਗੱਲ ਵਿਚਾਲੇ ਕੱਟ ਰਿਹਾ। ਮੈਨੂੰ ਇੱਕ ਮੇਰੇ ਜਾਣਕਾਰ ਦੁਕਾਨਦਾਰ ਨੇ ਮੈਨੂੰ ਪਿਛਲੇ ਦਿਨ ਹੀ ਪੁੱਛਿਆ ਵੀ ਤੁਸੀਂ ਪ੍ਰੈਸ ਰਿਪੋਰਟਰ ਹੋ, ਤਾਂ ਹੋ ਸਕਦਾ ਤੁਸੀਂ ਕੋਈ ਆਕਸੀਜਨ ਦਾ ਪ੍ਰਬੰਧ ਕਰਦੇ ਹੋ। ਮੈਂ ਵੀ ਕੀ ਕਰਨਾ ਹੈ? ਕਹਿੰਦਾ ਜੀ ਮੈਨੂੰ ਜੇ 4 ਗੈਸ ਦੇ ਆਕਸੀਜਨ ਦੇ ਸਿਲੰਡਰ ਮਿਲ ਜਾਣ ਵੀ ਤਾਂ ਮੈਂ ਘਰੇ ਲੈ ਕੇ ਰੱਖਣਾ। ਮੈਨੂੰ ਪੁੱਛਿਆ ਵੀ ਜੇ 4 ਤੋਂ ਵੱਧ ਦੀ ਜ਼ਰੂਰਤ ਪੈਗੀ, ਕਹਿੰਦਾ ਜੀ ਫਿਰ ਰੱਬ ਰੱਖਾ। ਜਿਹੜੀ ਐਕਚੁਅਲੀ ਕੀ ਆ ਵੀ ਲੋਕਾਂ ਦੇ ਵਿੱਚ ਇੱਕ ਤਾਂ ਹਊਆ ਐਡਾ ਵੱਡਾ ਕ੍ਰੀਏਟ ਕਰ ਦਿੱਤਾ ਗਿਆ। ਜੇ ਸੁਪਰੀਮ ਕੋਰਟ ਤੱਕ, ਇੱਕ ਦਿੱਲੀ ਸਰਕਾਰ ਨੂੰ ਸੁਪਰੀਮ ਕੋਰਟ ਤੱਕ ਜਾਣਾ ਪੈ ਗਿਆ ਗੈਸ ਮਤਲਬ ਆਕਸੀਜਨ ਲੈਣ ਲਈ, ਉਪਲਬਧ ਕਰਾਉਣ ਲਈ, ਵੀ ਫਿਰ ਨਿੱਕਾ ਜੀ ਇਹ ਦੇਖੋ ਪਤਾ ਕੀ ਨਿੱਕਾ ਜੀ, ਇਹ ਚੀਜ਼ ਤਾਂ ਹੋਈ ਹੈ ਕਿਉਂਕਿ ਲੋਕਾਂ ਨੂੰ ਸਰਕਾਰ ਤੇ ਵਿਸ਼ਵਾਸ ਨਹੀਂ ਰਿਹਾ। ਭਰੋਸਾ ਉੱਠ ਗਿਆ। ਉਹਨਾਂ ਨੂੰ ਇਹ ਲੱਗਿਆ ਵੀ ਜੇ ਮੇਰੀ ਪ੍ਰੋਬਲਮ ਮੈਂ ਅੱਜ ਆਪ ਬੰਦੋਬਸਤ ਕਰ ਲੂੰ ਤਾਂ ਠੀਕ ਹੈ, ਸਰਕਾਰ ਦੇ ਭਰੋਸੇ ਰਹੂੰਗਾ ਮੈਂ ਤਾਂ ਮੈਂ ਮਰ ਜਾਊਗਾ। ਇਹ ਹੋ ਵੀ ਰਿਹਾ। ਅਸੀਂ ਟੀਵੀ ਤੇ ਦੇਖ ਰਹੇ ਹਾਂ ਲੋਕ ਕਿਵੇਂ ਆਕਸੀਜਨ ਤੋਂ ਬਿਨਾਂ ਬਾਹਰ ਮਰ ਰਹੇ ਨੇ। ਬਿਲਕੁਲ ਗੱਲ ਵੀ ਸਹੀ ਹੈ। ਇਹ ਦੇਸ਼ ਦੇ ਲਈ ਔਰ ਪੰਜਾਬ ਦੇ ਲਈ ਜਾਂ ਪੂਰੇ ਦੇਸ਼ ਦੇ ਲਈ ਬਹੁਤ ਮਾੜੀ ਸਥਿਤੀ ਆ। ਜੇ ਲੋਕਾਂ ਦਾ ਇਸ ਤਰੀਕੇ ਨਾਲ ਭਰੋਸਾ ਚੱਕਿਆ ਜਾਣਾ ਔਰ ਲੋਕਾਂ 'ਚ ਹਫਰਾ ਦਫਰੀ ਦਾ ਮਾਹੌਲ ਪੈਦਾ ਹੋਣਾ ਔਰ ਲੋਕ ਪਹਿਲਾਂ ਹੀ ਬਿਨਾਂ ਪ੍ਰੋਬਲਮ ਤੋਂ ਬੰਦੋਬਸਤ ਕਰਨਾ, ਇਹ ਦੱਸਦਾ ਹੈਗਾ ਵੀ ਸਰਕਾਰ ਇਸ ਗੱਲ 'ਚ ਨਾਕਾਮ ਹੋ ਰਹੀ ਆ। ਮੈਂ ਇਹੀ ਰਿਕੁਐਸਟ ਕਰਦਾ ਹੈਗਾ ਸਾਰੇ ਲੋਕਾਂ ਨੂੰ ਵੀ ਅਸੀਂ ਸਾਰੇ ਮਿਲ ਕੇ, ਦੇਖੋ ਸਰਕਾਰ ਦੇ ਨਾਲ ਆ, ਜਿੱਥੇ ਵੀ ਸਰਕਾਰ ਸਾਨੂੰ ਕਿਸੇ ਤਰੀਕੇ ਦੀ ਸਾਡੀ ਡਿਊਟੀ ਲਗਾਊਗੀ, ਸਾਡੇ ਐਡੇ ਇਨਫਰਾਸਟ੍ਰਕਚਰ ਨੇ, ਸਾਨੂੰ ਕਿਸੇ ਤਰੀਕੇ ਨਾਲ ਅਸੀਂ ਲੋਕਾਂ ਦੀ ਸਹਾਇਤਾ ਕਰਨ ਦੇ ਵਿੱਚ ਸਾਡੇ ਇਨਫਰਾਸਟ੍ਰਕਚਰ, ਸਾਡੇ ਮੈਨ ਪਾਵਰ, ਸਾਡੇ ਇੰਪਲਾਈਜ਼, ਅਸੀਂ ਕਿਸੇ ਤਰੀਕੇ ਨਾਲ ਵੀ ਹੈਲਪ ਕਰ ਸਕਦੇ ਹੋਈ ਅਸੀਂ 100% ਹੈਲਪ ਕਰਾਂਗੇ। ਪਰ ਸਰਕਾਰ ਆਪਦੀ ਜ਼ਿੰਮੇਵਾਰੀ ਸਮਝਦੀ ਹੋਏ ਪ੍ਰੋਪਰ ਉਪਰਾਲੇ ਕਰੇ ਔਰ ਦੱਸੇ ਵੀ ਕਿਹੜੀਆਂ ਚੀਜ਼ਾਂ 'ਤੇ ਜਿਹੜੀ ਪਾਬੰਦੀਆਂ ਨੇ ਇਹ ਕਿੰਨਾ ਚਿਰ ਹੈਗੀਆਂ ਨੇ, ਇਹ ਕਦੋਂ ਹਟਣਗੀਆਂ, ਤਾਂ ਕਿ ਲੋਕ ਉਸ ਹਿਸਾਬ ਦੇ ਨਾਲ ਆਪਦੇ ਬੰਦੋਬਸਤ ਕਰਨ। ਨਹੀਂ ਤਾਂ ਜੇ ਤੁਸੀਂ ਲੋਕਾਂ ਨੂੰ ਉਸ ਤਰੀਕੇ ਨਾਲ ਬੰਦ ਕਰੋਗੇ, ਮਿੱਟੀ ਦੀ ਮੁੱਠੀ ਜਿਹੜੀ ਹੈਗੀ ਭਰ ਕੇ ਤੁਸੀਂ ਬਹੁਤ ਟਾਈਮ ਰੋਕ ਨਹੀਂ ਸਕਦੇ, ਉਹ ਨਿਕਲੀ ਜਾਣੀ ਹੈ ਨੀਚੋਂ। ਤਾਂ ਇਹਨੂੰ ਤੁਸੀਂ ਇੰਨਾ ਨਾ ਰੋਕੋ ਵੀ ਤੁਹਾਡੀ ਮੁੱਠੀ ਖਾਲੀ ਹੋ ਜਾਏ। ਤਾਂ ਜ਼ਰੂਰੀ ਹੈ ਵੀ ਤੁਸੀਂ ਲੋਕਾਂ ਨੂੰ ਵਿਸ਼ਵਾਸ ਦੇ ਵਿੱਚ ਰੱਖੋ ਔਰ ਪ੍ਰੋਪਰ ਯੋਜਨਾਬੰਦੀ ਬਣਾ ਕੇ ਇਸ ਸਥਿਤੀ ਨੂੰ ਨਜਿੱਠੋ। ਜਨਤਾ ਤੁਹਾਡੇ ਨਾਲ ਆ। ਜਦੋਂ ਲੋਕਾਂ ਨੂੰ ਪਤਾ ਲੱਗ ਗਿਆ ਵੀ ਤੁਹਾਡੇ ਜਿਹੜੇ ਐਕਸ਼ਨ ਨੇ ਉਹ ਲੋਕਾਂ ਦੇ ਹਿੱਤ ਦੇ ਵਿੱਚ ਨੇ, ਸਾਰੀ ਜਨਤਾ ਤੁਹਾਡੀ ਮਦਦ ਕਰੂਗੀ, ਚਾਹੇ ਉਹ ਦੁਕਾਨਦਾਰ ਨੇ, ਚਾਹੇ ਉਹ ਸਿੱਖਿਆ ਸੰਸਥਾਵਾਂ ਨੇ, ਚਾਹੇ ਉਹ ਟੀਚਰ ਨੇ ਜਾਂ ਜਿੰਨੇ ਵੀ ਸਾਡੇ ਇੰਪਲੋਇਮੈਂਟ ਨੇ। ਹਰ ਬੰਦਾ ਅੱਜ ਦੇ ਟਾਈਮ 'ਚ ਮਦਦ ਕਰਨ ਲਈ ਤਿਆਰ ਹੈ, ਪਰ ਸਰਕਾਰ ਦੀ ਨੀਅਤ ਸਪਸ਼ਟ ਹੋਣੀ ਚਾਹੀਦੀ ਹੈ, ਉਹਦੀਆਂ ਨੀਤੀਆਂ ਲੋਕ ਪੱਖੀ ਹੋਣੀ ਚਾਹੀਦੀਆਂ ਨੇ। ਨਹੀਂ ਸਿੰਗਲਾ ਸਾਹਿਬ, ਮੈਨੂੰ ਐਂ ਲੱਗਦਾ ਜਿਵੇਂ ਕਹਿੰਦਾ ਵੀ ਹਨੇਰੇ 'ਚ ਤੀਰ ਚਲਾਉਣਾ, ਵੀ ਸਰਕਾਰ ਤਾਂ ਹੁਣ ਹਨੇਰੇ 'ਚ ਤੀਰ ਚਲਾਈ ਜਾਂਦੀ ਰਹੀ ਹੈ। 1.25 ਸਾਲ ਦੇ ਵਿੱਚ ਹਾਲਤ ਦੇ ਵਿੱਚ ਤਾਂ ਸੁਧਾਰ ਬਿਲਕੁਲ ਦੇਖੋ ਸਰਕਾਰ ਦਾ ਧਿਆਨ ਇਲੈਕਸ਼ਨ ਲੜਨ 'ਤੇ ਹੋ ਗਿਆ ਔਰ ਉਹਨਾਂ ਨੇ ਆਪਣੀਆਂ ਸਰਕਾਰਾਂ ਬਣਾਉਣ 'ਤੇ ਯੋਜਨਾਬੰਦੀਆਂ ਉਸ ਤਰੀਕੇ 'ਤੇ ਹੀ ਹੋ ਗਿਆ। ਜੇ ਸਰਕਾਰ ਨੇ ਇਹਦੇ ਉੱਪਰ ਸੋਚਿਆ ਹੁੰਦਾ ਤਾਂ ਮੈਨੂੰ ਲੱਗਦਾ ਵੀ ਇੰਨੀ ਗੰਭੀਰ ਸਥਿਤੀ ਨਹੀਂ ਹੋਣੀ ਸੀ। ਮੈਂ ਕੱਲ੍ਹ ਦੇਖ ਰਿਹਾ ਸੀ 9000 ਕੇਸਿਸ ਪੰਜਾਬ ਦੇ ਵਿੱਚ ਆਏ ਨੇ।
9000 ਨਿੱਕਾ ਜੀ 9000 ਕੇਸ ਦਾ ਮਤਲਬ ਇਹ ਹੈਗਾ ਵੀ ਜਿੰਨੇ ਟੈਸਟ ਕੀਤੇ ਨੇ ਉਹ 'ਚ 9000 ਕੇਸ ਟੈਸਟ ਤਾਂ ਹੋ ਹੀ ਨਹੀਂ ਰਹੇ। ਟੈਸਟ ਇਹ ਤਾਂ 90000 ਵੀ ਹੋ ਸਕਦੇ ਸੀ। ਜਦੋਂ ਟੈਸਟਿੰਗ ਹੀ ਪ੍ਰੋਪਰ ਨਹੀਂ ਹੋ ਰਹੀ ਤਾਂ ਤੁਹਾਨੂੰ ਕੀ ਪਤਾ ਕਿ 9000 ਦਾ ਅੰਕੜਾ ਇਹ 90000 ਦਾ ਕਿ 9 ਲੱਖ ਦਾ ਹੈ। ਇਸ ਦਾ ਮਤਲਬ ਬਾਕੀ ਜਿਨ੍ਹਾਂ ਦਾ ਟੈਸਟ ਨਹੀਂ ਕਰ ਰਹੇ ਆਪਾਂ ਉਹਨਾਂ ਨੂੰ ਮਰਨ ਨਹੀਂ ਛੱਡ ਰਹੇ ਹਾਂ। ਇਹ ਤਾਂ ਟੈਸਟ ਕਰਨ ਵਾਲਿਆਂ ਦੇ ਵਿੱਚੋਂ 9000 ਨੇ। ਇਹ ਤਾਂ ਟੈਸਟ ਕਰਨ ਵਾਲਿਆਂ 'ਚ 9000 ਨੇ। ਆਪਾਂ ਨੂੰ ਪਤਾ ਹੈਗਾ ਵੀ ਬਿਮਾਰੀ 5-6 ਦਿਨਾਂ ਬਾਅਦ ਵਿਕਰਾਲ ਰੂਪ ਲੈ ਲੈਂਦੀ ਆ। ਇਸ ਦਾ ਮਤਲਬ ਕੀ ਲੋਕਾਂ ਨੂੰ ਆਪਾਂ ਮਰਨ ਨਹੀਂ ਛੱਡ ਰਹੇ ਹਾਂ ਘਰੇ। ਆਪਾਂ ਉਹਨਾਂ ਦੀ ਟੈਸਟਿੰਗ ਕਿਉਂ ਨਹੀਂ ਕਰ ਰਹੇ? ਘਰ ਘਰ ਜਾ ਕੇ ਟੈਸਟਿੰਗ ਕਿਉਂ ਨਹੀਂ ਹੋ ਰਹੀ ਲੋਕਾਂ ਦੀ? ਜੇ ਟੈਸਟਿੰਗ ਹੋਵੇ ਤਾਂ ਆਪਾਂ ਉਹਨਾਂ ਨੂੰ ਬਿਲਕੁਲ ਸਟਾਰਟਿੰਗ ਵੇਲੇ ਹੀ ਆਪਾਂ ਬਿਮਾਰੀ ਨੂੰ ਫੜ ਸਕਦੇ ਹਾਂ। ਸਿੰਪਲ ਵਾਇਰਲ ਹੀ ਹੈ। ਜੇ ਉਹਦੇ ਲੱਛਣ ਪਹਿਲਾਂ ਹੀ ਪਤਾ ਲੱਗ ਜਾਣ, ਬਿਮਾਰੀ ਦੀ ਟੈਸਟਿੰਗ ਪ੍ਰੋਪਰ ਹੋ ਜੇ ਤਾਂ ਉਹਨੂੰ ਆਪਾਂ ਉੱਥੇ ਰੋਕਥਾਮ ਕਰ ਸਕਦੇ ਹਾਂ। ਸਰਕਾਰ ਇਸ ਚੀਜ਼ ਨੂੰ ਸਮਝੇ। ਇਹਦੇ ਲਈ ਜੇ ਕੋਈ ਜ਼ਰੂਰਤ ਹੈਗੀ ਆ ਆਮ ਜਨਤਾ ਦੀ ਹੈਲਪ ਲਵੇ ਉਹਦੇ ਵਿੱਚ। ਲੋਕ ਤਿਆਰ ਨੇ ਇਸ ਚੀਜ਼ ਦੇ ਵਿੱਚ ਕਰਨ ਦੇ ਲਈ। ਠੀਕ, ਸਿੰਗਲਾ ਸਾਹਿਬ ਤੁਹਾਡਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੁਸੀਂ ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਖਰੀਆਂ ਗੱਲਾਂ ਸੁਣਾਈਆਂ ਵੀ ਨੇ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ। ਮੈਨੂੰ ਇਹ ਮਹਿਸੂਸ ਹੁੰਦਾ ਹੈ ਵੀ ਇੱਕ ਸ਼ੇਰ ਹੈ, ਕਹਿੰਦਾ ਜਬ ਜਬ ਦਵਾ ਕੀਆ ਮਰਜ਼ बढ़ता ਹੀ ਗਿਆ। ਵੀ ਜਿੰਨੇ ਕੁ ਸਰਕਾਰ ਵੱਲੋਂ ਪ੍ਰਬੰਧ ਕੀਤੇ ਜਾ ਰਹੇ ਨੇ, ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ, ਉਹ ਅੱਜ ਦੀ ਘੜੀ ਉਹ ਸਫਲ ਨਹੀਂ ਹੁੰਦੀਆਂ ਲੱਗਦੀਆਂ। ਵੀ ਜਿਉਂ-ਜਿਉਂ ਉਹ ਦਵਾਈ ਦਿੰਦੇ ਨੇ ਤੇ ਜਿਹੜੀ ਮਰਜ਼ ਹੈ ਉਹ ਪਹਿਲਾਂ ਨਾਲੋਂ ਵੱਧਦੀ ਤੁਰੀ ਜਾਂਦੀ ਹੈ। ਇੰਨਾ ਕੁਝ ਕਹਿੰਦਾ ਹੋਇਆ ਮੈਂ ਮਤਲਬ ਸਾਰੀ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਉਮੀਦ ਹੈ ਸਾਡੀ ਗੱਲਬਾਤ ਦੇ ਵਿੱਚੋਂ ਦਰਸ਼ਕ ਕਿਸੇ ਸਿੱਟੇ ਤੇ ਜ਼ਰੂਰ ਪਹੁੰਚੇ। ਧੰਨਵਾਦ ਜੀ।